ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀਆਂ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਗੁਰੂ ਦਰਬਾਰ ਅੰਦਰ ਜੁੜ ਕਰਕੇ ਔਰ ਆਪਣੇ ਆਪਣੇ ਘਰਾਂ ਵਿੱਚ ਬੈਠ ਕਰਕੇ ਇਸ ਪਾਵਨ ਸਥਾਨ ਤੋਂ ਸਰਵਣ ਕਰਦੀਆਂ ਹੋ। ਉਹ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ। ਮਾਲਕ ਜੀ ਆਪ ਰਸਨਾ ਉੱਤੇ ਵਰਤ ਕੇ ਆਪਣੀ ਪਾਵਨ ਬਾਣੀ, ਆਪਣੇ ਸ਼ਬਦ ਦੀ ਵਿਚਾਰ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਬਖਸ਼ੋ ਅਸੀਸ। ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ ਔਰ ਮਿਲ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਮਾਝ ਮਹੱਲਾ ਚੌਥਾ। ਹਰ ਗੁਣ ਪੜੀਐ ਹਰ ਗੁਣ ਗੁਣੀਐ, ਹਰ ਹਰ ਨਾਮ ਕਥਾ ਨਿਤ ਸੁਣੀਐ। ਮਿਲ ਸਤ ਸੰਗਤ ਹਰ ਗੁਣ ਗਾਏ, ਜਗ ਭਉਜਲ ਦੁਤਰ ਤਰੀਐ ਜਿਉ। ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਅਦਬ ਸਤਿਕਾਰ ਦੇ ਨਾਲ ਪਿਆਰ ਸਹਿਤ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ। ਇਹ ਪਾਵਨ ਬਚਨ ਗੁਰੂ ਰਾਮਦਾਸ ਸਾਹਿਬ ਜੀ ਕੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਮਾਝ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 95 ਦੇ ਉੱਪਰ ਸੁਭਾਈਮਾਨ ਹੈ। ਸਤਿਗੁਰੂ ਜੀ ਨੇ ਅੱਜ ਸਭ ਤੋਂ ਪਹਿਲਾਂ ਉਪਦੇਸ਼ ਬਖਸ਼ਿਸ਼ ਕਰਦੇ ਹਾਂ ਪਹਿਲੇ ਪਦੇ ਵਿੱਚ ਜੋ ਜ਼ਿਕਰ ਕੀਤਾ, ਉਹਦੇ ਵਿੱਚ ਸਤਿਗੁਰੂ ਜੀ ਸੰਸਾਰ ਸਮੁੰਦਰ ਨੂੰ, ਭਉਜਲ ਸਾਗਰ ਨੂੰ ਤਰਨ ਦੀ ਬਾਤ ਕਰ ਰਹੇ ਨੇ। ਜਿਸ ਲਈ ਵੱਖ-ਵੱਖ ਮਨੁੱਖਾਂ ਦੁਆਰਾ ਆਪਣੀ ਆਪਣੀ ਮਤ ਦੇ ਮੁਤਾਬਕ, ਆਪਣੀ ਆਪਣੀ ਬੂਝ ਔਰ ਸਮਝ ਦੇ ਮੁਤਾਬਕ ਵੱਖਰੇ ਵੱਖਰੇ ਯਤਨ ਕੀਤੇ ਜਾਂਦੇ ਨੇ। ਪਰ ਭਉਜਲ ਵਿੱਚ ਤਰਨ ਦੀ ਬਜਾਏ ਉਹ ਫਿਰ ਇਸੇ ਸੰਸਾਰ ਸਮੁੰਦਰ ਦੇ ਵਿੱਚ ਡੁੱਬ ਕੇ ਰਹਿ ਜਾਂਦੇ ਨੇ। ਤਰਨਾ ਤੇ ਭਵਜਲ ਹੈ, ਜਿਸ ਲਈ ਇਨਸਾਨ ਯਤਨ ਕਰਦਾ ਆਪਣੀ ਮਤ ਦੇ ਅਨੁਸਾਰੀ
ਔਰ ਇਹਦਾ ਕੀਤੇ ਹੋਏ ਸਾਰੇ ਯਤਨ, ਸਾਰੀਆਂ ਕੋਸ਼ਿਸ਼ਾਂ ਵਿਅਰਥ ਚਲੀਆਂ ਜਾਂਦੀਆਂ ਨੇ ਜਦੋਂ ਉਹ ਯਤਨ ਇਹਨੂੰ ਵਿਕਾਰਾਂ ਦੇ ਅਧੀਨ ਕਰ ਦਿੰਦੇ ਨੇ। ਔਰ ਅੱਜ ਗੁਰੂ ਰਾਮਦਾਸ ਸਾਹਿਬ ਜੀ ਨੇ ਬੜਾ ਸੁਖਾਲਾ ਜਿਹਾ ਤਰੀਕਾ ਦੱਸਿਆ ਭਵਜਲ ਤੋਂ ਤਰਨ ਵਾਸਤੇ। ਪਰ ਸੁਖਾਲਾ ਤਾਂ ਜੇ ਕਿਤੇ ਜੀਵਨ ਅੰਦਰ ਉਹ ਕਰਮ ਕਰਨ ਦੀ ਜਾਚ ਆ ਜਾਏ। ਕਿਉਂਕਿ ਜਦੋਂ ਇਨਸਾਨ ਕਿਸੇ ਵੀ ਕਰਮ ਨੂੰ, ਕਿਸੇ ਵੀ ਕਾਰਜ ਨੂੰ ਪਹਿਲੀ ਵਾਰੀ ਆਰੰਭਦਾ ਤੇ ਉਹਦੇ ਲਈ ਮੁਸ਼ਕਲ ਹੈ, ਔਖਾ ਹੈ। ਪਰ ਜਦੋਂ ਉਸੇ ਕਾਰਜ ਨੂੰ ਕਰਨ ਦੀ ਉਹਦੀ ਇੱਕ ਰੂਟੀਨ ਬਣ ਜਾਏ, ਇੱਕ ਆਦਤ ਬਣ ਜਾਏ, ਉਹੀ ਕਾਰਜ ਉਹਦੇ ਲਈ ਸੁਖਾਲਾ ਬਣ ਜਾਂਦਾ, ਸੌਖਾ ਹੋ ਜਾਂਦਾ। ਔਰ ਅੱਜ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਆਖਿਆ, ਕਹਿੰਦੇ ਭਵਜਲ ਤੋਂ ਤਰਨਾ ਹੈ ਤੇ ਭਵਜਲ ਤੋਂ ਤਰਨ ਵਾਸਤੇ ਵੀ ਕਰਮ ਕਰਨੇ ਪੈਂਦੇ ਨੇ। ਹਰ ਕੰਮ ਨੂੰ ਕਰਨ ਦਾ ਇੱਕ ਤਰੀਕਾ ਹੈ, ਇੱਕ ਟੈਕਨੀਕ ਹੈ, ਇੱਕ ਢੰਗ ਹੈ। ਕੋਈ ਵੀ ਕਾਰਜ ਕਰੀਏ ਆਪਾਂ ਤੇ ਸੁਭਾਵਿਕ ਜਿਹੀ ਗੱਲ ਹੈ ਵੀ ਉਹ ਕਾਰਜ ਨੂੰ ਸਾਨੂੰ ਕਰਨ ਵਾਸਤੇ ਜ਼ੀਰੋ ਤੋਂ ਤੁਰਨਾ ਪੈਂਦਾ, ਫਿਰ ਅਸੀਂ ਉਸ ਕਾਰਜ ਵੱਲ ਨੂੰ ਵੱਧਦੇ ਹਾਂ। ਹੁਣ ਇਹ ਤੇ ਹੈ ਨਹੀਂ ਵੀ ਮੈਂ ਨਾ ਸਕੂਲ ਵਿੱਚ ਜਾਵਾਂ, ਨਾ ਨਰਸਰੀ ਵੇਖਾਂ, ਨਾ LKG ਵੇਖਾਂ, ਨਾ UKG ਵੇਖਾਂ, ਨਾ ਪਹਿਲੀ ਦੂਜੀ ਕੁਝ ਨਾ ਵੇਖਾਂ ਤੇ ਸਿੱਧਾ ਜਾ ਕੇ ਮੈਂ ਉਹਨੂੰ ਕਹਾਂ ਵੀ ਮੈਂ ਤੇ ਬੜਾ ਪੜ੍ਹਿਆ ਲਿਖਿਆ ਤੇ ਪ੍ਰਿੰਸੀਪਲ ਸਾਹਿਬ ਨੂੰ ਜਾ ਕੇ ਮੈਂ ਆਖਾਂ ਜੀ ਮੈਨੂੰ ਸਿੱਧੀ ਮੈਟ੍ਰਿਕ ਵਿੱਚ ਐਡਮਿਸ਼ਨ ਦੇ ਦਿਓ, ਕਿ ਉਹ ਦੇ ਦੇਗਾ? ਜੇ ਉਹਨਾਂ ਨੇ ਡਾਇਰੈਕਟਲੀ ਮੈਟ੍ਰਿਕ ਵਿੱਚ 10ਵੀਂ ਦੇ ਵਿੱਚ ਐਡਮਿਸ਼ਨ ਦੇਣੀ ਹੈ, ਪਹਿਲੋਂ ਉਹਦੇ ਤੋਂ ਉਹ ਮੇਰਾ ਟੈਸਟ, ਮੇਰਾ ਪੇਪਰ ਲੈ ਕੇ ਵੇਖਣਗੇ ਵੀ ਹੈ ਵੀ 10ਵੀਂ 'ਚ ਰੱਖਣ ਦੇ ਲਾਇਕ, ਵੀ ਅਜੇ ਕੀ ਪਤਾ ਇਹਨੂੰ ਪਹਿਲੀ ਦੂਜੀ 'ਚ ਰੱਖਣਾ ਪੈ ਜਾਏ। ਫਿਰ ਉਹ ਜਿੱਦਾਂ ਦਾ ਉਹਦਾ ਪੇਪਰ ਹੋਇਆ, ਜਿੱਦਾਂ ਦਾ ਉਹਦਾ ਟੈਸਟ ਹੋਇਆ, ਉਹਦੇ ਮੁਤਾਬਕ ਪ੍ਰਿੰਸੀਪਲ ਨੇ ਡਿਸੀਜ਼ਨ ਲੈਣਾ, ਫੈਸਲਾ ਦੇਣਾ ਵੀ ਲੈ ਭਾਈ ਇੱਥੋਂ ਤੱਕ ਅਸੀਂ ਰੱਖ ਸਕਦੇ ਹਾਂ, ਇਦੋਂ ਅੱਗੇ ਸਾਡਾ ਕੋਈ ਜ਼ੋਰ ਨਹੀਂ। ਭਾਵ ਇਹ ਹੈ ਵੀ ਹਰ ਕਰਮ ਨੂੰ ਕਰਨ ਵਾਸਤੇ ਸਾਨੂੰ ਜ਼ੀਰੋ ਤੋਂ ਚੱਲਣਾ ਪੈਂਦਾ ਹੈ, ਫਿਰ ਅਸੀਂ ਅਗਾਂਹ 1 2 3 ਵੱਧਦੇ ਹਾਂ। ਡਾਇਰੈਕਟ ਅਸੀਂ ਕਦੇ ਵੀ 10 ਤੱਕ ਨਹੀਂ ਪਹੁੰਚ ਸਕਦੇ। ਤੇ ਜੇ ਭਵਜਲ ਦੀ ਗੱਲ ਕਰਾਂਗੇ ਤੇ ਸਾਰੀ ਜ਼ਿੰਦਗੀ ਆਪਾਂ ਕੰਮ ਇੱਕ ਚੱਜ ਦਾ ਨਾ ਕੀਤਾ ਹੋਵੇ ਤੇ ਮਰਨ ਲੱਗਿਆਂ ਰੱਬ ਨੂੰ ਹੱਥ ਜੋੜ ਕੇ ਆਖੀਏ ਵੀ ਰੱਬਾ ਸਿੱਧਾ ਹੀ ਆਪਣੇ ਚਰਨਾਂ 'ਚ ਰੱਖ ਲਾ, ਰੱਖ ਲੇਗਾ? ਉਸੇ ਤਰ੍ਹਾਂ ਹੀ ਹੈ ਵੀ ਮੈਂ ਨਾ 9ਵੀਂ ਤੱਕ ਸਕੂਲ ਗਿਆ, ਪ੍ਰਿੰਸੀਪਲ ਨੂੰ ਜਾ ਕੇ ਆਖਿਆ ਵੀ ਲੈ ਭਾਈ ਆ ਐਡਮਿਸ਼ਨ ਮੇਰੇ ਤੋਂ ਲੈ ਲਾ, 10ਵੀਂ 'ਚ ਰੱਖ ਲਾ, ਉਹ ਵੀ ਭਾਈ ਤੇਰੇ ਕਰਕੇ ਹੀ ਰਿਜ਼ਲਟ ਥੋੜੀ ਖਰਾਬ ਕਰਨਾ। ਸਾਡੇ ਤੇ ਸਕੂਲ ਦਾ ਰਿਜ਼ਲਟ ਬੜਾ ਵਧੀਆ ਹੈ, ਵੀ ਤੈਨੂੰ ਇੱਕ ਅੱਖਰ ਨਹੀਂ ਆਉਂਦਾ, ਮੈਂ ਤੈਨੂੰ 10ਵੀਂ 'ਚ ਕਿਵੇਂ ਰੱਖ ਲਾਂ? ਜੇ ਇਸੇ ਤਰ੍ਹਾਂ ਉਹ ਸੰਸਾਰਿਕ ਤੌਰ ਉੱਤੇ ਸਾਨੂੰ 10ਵੀਂ ਵਿੱਚ ਰੱਖਣ ਤੋਂ ਇਨਕਾਰੀ ਹੈ, ਤੇ ਜਿਹੜੇ ਬੰਦੇ ਨੇ 90 ਸਾਲ ਜ਼ਿੰਦਗੀ ਦੇ ਗਵਾਏ ਹੋਣ ਤੇ 100ਵੇਂ ਸਾਲ 'ਚ ਜਾ ਕੇ ਰੱਬ ਨੂੰ ਆਖੇ ਵੀ ਰੱਬਾ ਰੱਖ ਹਾਂ ਆਪਦੇ ਚਰਨਾਂ 'ਚ ਨਿਵਾਸ, ਹੋਣ ਕਿਤੇ ਦੁਬਾਰਾ ਆਪਣੇ ਚਰਨਾਂ ਤੋਂ ਪਾਸੇ ਨਾ ਕਰੀ, ਰੱਖ ਲੇਗਾ? ਜਿਹੜੇ 90 ਸਾਲ ਗਵਾਏ ਉਹਨਾਂ ਦਾ ਕੀ ਬਣਨਾ? ਉਹਨਾਂ ਦਾ ਵੀ ਤੇ ਕੋਈ ਨਾ ਕੋਈ ਨਤੀਜਾ ਨਿਕਲੇਗਾ ਹੀ ਨਾ। 90 ਸਾਲਾਂ ਦੇ ਵਿੱਚ ਭੈੜੇ ਤੋਂ ਭੈੜਾ ਕਰਮ ਕਮਾ ਛੱਡਿਆ, 90 ਸਾਲਾਂ ਦੇ ਵਿੱਚ ਪਾਪ ਕੋਈ ਨਹੀਂ ਛੱਡਿਆ, ਦਇਆ ਕਿਸੇ ਜੀਵ ਤੇ ਨਹੀਂ ਕੀਤੀ, ਕਦੇ ਕਿਸੇ ਦਾ ਭਲਾ ਨਹੀਂ ਲੋਚਿਆ, ਨਾ ਹੀ ਕਦੇ ਕਿਸੇ ਦਾ ਭਲਾ ਕੀਤਾ। ਮਰਨ ਲੱਗਿਆਂ ਬਸ ਰੱਬ ਅੱਗੇ ਹੱਥ ਹੀ ਜੋੜੇ ਵੀ ਰੱਬਾ ਹੁਣ ਰੱਖ ਲਾ, ਵੀ ਜ਼ਿੰਦਗੀ ਤੇ ਲੰਘ ਗਈ।
ਤੇ ਕੀ ਰੱਖ ਲੇਗਾ ਪਰਮੇਸ਼ਵਰ? ਸਵਾਲ ਸਾਡੇ ਸਾਹਮਣੇ ਖੜਾ ਹੈ। ਖਿਆਲ ਰੱਖੋ, ਇਨਸਾਨੀ ਬਿਰਤੀ, ਭਾਵੇਂ ਬੰਦੇ ਨੇ 100 ਕੰਮ ਚੰਗੇ ਕੀਤੇ ਹੋਣ, ਇੱਕ ਮਾੜਾ ਕੰਮ ਕਰੇ ਨਾ 100 ਤੇ ਹੀ ਪੜਦਾ ਪੈ ਜਾਂਦਾ। 100 ਦੇ 100 ਹੀ ਬਰਬਾਦ ਹੋ ਜਾਂਦੇ। ਜੇ 100 ਮਾੜੇ ਕੀਤੇ ਹੁਣ, ਇੱਕ ਚੰਗਾ ਕਰਦੇ 100 ਤੇ ਪੜਦਾ ਨਹੀਂ ਪੈਂਦਾ, ਫਿਰ ਵੀ ਉਹੀ ਗਿਣੇ ਜਾਂਦੇ ਵੀ ਇਹਨੇ ਆਹ ਮਾੜਾ ਕੀਤਾ। ਫਿਰ ਉਹ 100 ਪਿੱਛੇ ਜਿਹੜਾ ਇੱਕ ਚੰਗਾ ਕੀਤਾ ਨਾ, ਉਹ ਚੰਗਾ ਵੀ ਮਾੜਿਆਂ ਵਿੱਚ ਹੀ ਗਿਣਿਆ ਜਾਣਾ। ਉੱਥੇ ਜਾ ਕੇ ਵੀ ਕਹਿਣਗੇ ਕੋਈ ਮਤਲਬ ਹੋਣਾ ਤਾਂ ਹੀ ਕਰ ਗਿਆ, ਉਦਾਂ ਕਿਵੇਂ ਕਰ ਲੇਗਾ? ਸਾਹਿਬ ਜੀ ਨੇ ਅੱਜ ਆਖਿਆ, ਕਹਿੰਦੇ ਜੇ ਭਵਜਲ ਸਾਗਰ ਤਰਨਾ ਉਹਦੇ ਲਈ ਸਾਨੂੰ ਆਪਣਾ ਆਪਾ ਤਿਆਰ ਕਰਨਾ ਪਏਗਾ, ਆਹ ਕਰਮ ਸਾਨੂੰ ਕਮਾਉਣਾ ਪੈਣਾ। ਕਹਿੰਦੇ ਜੀ ਕਿਹੜਾ? ਗੁਰੂ ਰਾਮਦਾਸ ਪਾਤਸ਼ਾਹ ਫਿਰ ਬੋਲੇ, ਕਹਿੰਦੇ ਹਰ ਗੁਣ ਪੜ੍ਹੀ ਹੈ, ਰੱਬ ਦੇ ਗੁਣਾਂ ਨੂੰ ਪੜ੍ਹਨਾ ਪਏਗਾ। ਪੜ੍ਹਨਾ ਇਹ ਨਹੀਂ ਵੀ ਮੈਂ ਅੱਖਾਂ ਮੀਚ ਕੇ ਜਾਂ ਆਪਣੀਆਂ ਸਾਹਮਣੇ ਵੱਡੇ ਵੱਡੇ ਗ੍ਰੰਥ ਖੋਲ ਕੇ ਤੇ ਆਖਾਂ ਵੀ ਰੱਬ ਵਿੱਚ ਆ ਵੀ ਗੁਣ ਹੈ, ਰੱਬ ਵਿੱਚ। ਪੜ੍ਹਨਾ ਉਹ ਭਾਵ ਨਹੀਂ ਹੈ ਜਿਹਨੂੰ ਅਸੀਂ ਰੀਡਿੰਗ ਕਹਿੰਦੇ ਆ, ਉਹ ਮਤਲਬ ਨਹੀਂ ਹੈ। ਤੇ ਨਾਲ ਆਖਿਆ, ਕਹਿੰਦੇ ਹਰ ਗੁਣ ਗੁਣੀਏ, ਗੁਣੀਏ ਰੱਬ ਦੇ ਗੁਣਾਂ ਨੂੰ ਗੁਣ ਗਣਾਉਣਾ। ਪੜ੍ਹਨਾ ਤੇ ਗੁਣ ਗਣਾਉਣਾ ਕਿਹਨੂੰ? ਰੱਬ ਦੇ ਗੁਣਾਂ ਨੂੰ। ਇਹਨੂੰ ਜੇ ਭਾਵ ਅਰਥਾਂ ਰੂਪ ਵਿੱਚ ਆਖਾਂਗੇ ਤੇ ਰੱਬ ਦੇ ਗੁਣਾਂ ਦੀ ਵਿਚਾਰ ਕਰਨੀ। ਵਿਚਾਰ ਕਰਨ ਤੋਂ ਭਾਵ ਰੱਬ ਦੇ ਗੁਣਾਂ ਨੂੰ ਆਪਣੇ ਜੀਵਨ ਦੇ ਅੰਦਰ ਅਪਣਾਉਣਾ, ਧਾਰਨ ਕਰਨਾ। ਉਹਨੂੰ ਕਹਿੰਦੇ ਰੱਬ ਦੇ ਗੁਣਾਂ ਨੂੰ ਪੜ੍ਹਨਾ, ਰੱਬ ਦੇ ਗੁਣਾਂ ਨੂੰ ਗੁਣ ਗਣਾਉਣਾ ਤੇ ਰੱਬ ਦੇ ਗੁਣਾਂ ਦੀ ਵਿਚਾਰ ਕਰਨੀ। ਹੁਣ ਰੱਬ ਵਿੱਚ ਤੇ ਗੁਣ ਹੈ, ਰੱਬ ਤੇ ਗੁਣਵਾਨ ਹੈ। ਕਿਸੇ ਮਨੁੱਖ ਵਿੱਚ ਗੁਣ ਹੋਵੇ, ਉਹਦਾ ਲਾਹਾ ਮੈਨੂੰ ਕੀ, ਮੈਂ ਬੈਠਾ ਰੋਜ਼ ਵਿਚਾਰੀ ਜਾਵਾਂ ਵੀ ਬੰਦਾ ਬੜਾ ਵਧੀਆ, ਪੜ੍ਹ ਚੰਗਾ ਲੈਂਦਾ ਹੈ, ਬੋਲ ਚੰਗਾ। ਉਹਦੇ ਚੰਗਾ ਪੜ੍ਹਨ ਤੇ ਉਹਦੇ ਚੰਗੇ ਬੋਲਣ ਦਾ ਮੈਨੂੰ ਕੀ ਲਾਭ ਹੈ? ਕੋਈ ਪ੍ਰੋਫਿਟ ਸਾਨੂੰ ਵੀ ਮੇਰੇ ਸਾਹਮਣੇ ਇੱਕ ਪਰਸਨ ਬੈਠਾ ਹੋਵੇ, ਉਹ ਸੋਹਣੀ ਉਹਦੀ ਆਵਾਜ਼ ਹੋਵੇ, ਸੋਹਣਾ ਪੜ੍ਹ ਲੈਂਦਾ ਹੋਵੇ, ਸੋਹਣਾ ਬੋਲ ਲੈਂਦਾ ਹੋਵੇ, ਮੈਨੂੰ ਕੀ ਫਾਇਦਾ? ਮੈਨੂੰ ਤੇ ਫਾਇਦਾ ਤਾਂ ਹੋਏਗਾ ਨਾ ਵੀ ਮੈਂ ਉਹਦੇ ਕੋਲੋਂ ਸਿੱਖਾਂ, ਰੱਬ ਵੀ ਉਹ ਸੋਹਣਾ ਬੋਲ ਲੈਂਦਾ, ਮੈਂ ਵੀ ਸੋਹਣਾ ਬੋਲਣ ਲੱਗਾ। ਉਹ ਸੋਹਣਾ ਪੜ੍ਹ ਲੈਂਦਾ, ਮੈਂ ਵੀ ਸੋਹਣਾ ਪੜ੍ਹਨ ਲੱਗ ਜਾ। ਉਹ ਸੋਹਣਾ ਵਿਚਾਰ ਲੈਂਦਾ, ਮੈਂ ਵੀ ਸੋਹਣਾ ਵਿਚਾਰਨ। ਫਾਇਦਾ ਤੇ ਮੈਨੂੰ ਤਾਂ ਹੈ, ਨਹੀਂ ਉਹਦੇ ਪੜ੍ਹਨ ਦਾ, ਉਹਦੇ ਗੁਣ ਗਣਾਉਣ ਦਾ, ਉਹਦੀ ਸੁੰਦਰ ਆਵਾਜ਼ ਦਾ ਮੈਨੂੰ ਕੀ ਲਾਭ? ਹੁਣ ਰੱਬ ਦਇਆਲੂ ਹੈ, ਮੈਨੂੰ ਕੀ ਲਾਭ ਹੋਇਆ? ਮੈਂ ਰੱਬ ਦਾ ਗੁਣ ਪੜ੍ਹ ਲਿਆ ਜੀ, ਰੱਬ ਦਇਆਲੂ ਹੈ। ਰੱਬ ਗਰੀਬਾਂ ਦੀ ਮਦਦ ਕਰਨ ਵਾਲਾ, ਦੀਨ ਦਿਆਲ ਹੈ। ਰੱਬ ਸਾਰਿਆਂ ਦੇ ਉੱਤੇ ਬਖਸ਼ਿਸ਼ ਵਰਤਾਉਣ ਵਾਲਾ, ਮਿੱਠ ਬੋਲੜਾ, ਚੰਗੇ ਸੁਭਾਅ ਦਾ ਪਾਤਰ, ਚੰਗੇ ਸੁਭਾਅ ਦਾ ਉਹ ਮਾਲਕ ਹੈ। ਹੁਣ ਇਹ ਤੇ ਮੈਂ ਰੱਬ ਦੇ ਗੁਣਾਂ ਨੂੰ ਪੜ੍ਹ ਲਿਆ, ਮੈਨੂੰ ਕੀ ਲਾਭ ਹੋਇਆ? ਹੁਣ ਇਹਨਾਂ ਗੁਣਾਂ ਨੂੰ ਅਪਣਾਉਣਾ ਪਏਗਾ, ਲਾਭ ਤਾਂ ਹੀ ਹੈ ਨਾ। ਰੱਬ ਚੰਗੇ ਗੁਣਾਂ ਦਾ ਮਾਲਕ ਹੈ, ਉਹ ਤੇ ਚੰਗਾ ਹੈ ਹੀ, ਉਹਨੇ ਤੇ ਚੰਗਾ ਹੀ ਰਹਿਣਾ ਹੈ। ਮੈਂ ਲੱਖ ਕਹੀ ਜਾਵਾਂ ਰੱਬ ਮਾੜਾ ਹੈ, ਮੇਰੇ ਕਹਿਣ ਨਾਲ ਉਹਨੇ ਮਾੜਾ ਨਹੀਂ ਹੋ ਜਾਣਾ। ਰੱਬ ਦਇਆਲੂ ਹੈ, ਮੈਂ ਕਹੀ ਜਾਵਾਂ ਜੀ ਨਹੀਂ ਰੱਬ ਦਇਆਲੂ ਨਹੀਂ ਹੈ, ਰੱਬ ਤੇ ਅਤਿਆਚਾਰੀ ਹੈ, ਉਹ ਮੇਰੇ ਕਹਿਣ ਨਾਲ ਅਤਿਆਚਾਰੀ ਥੋੜੀ ਬਣ ਜਾਏਗਾ। ਰੱਬ ਸਾਰਿਆਂ ਦੀਆਂ ਝੋਲੀਆਂ ਭਰਨ ਵਾਲਾ ਹੈ। ਜੇ ਮੈਂ ਉਹਨੂੰ ਆਖਾਂ ਵੀ ਰੱਬ ਜੀ ਤੂੰ ਸਾਰਿਆਂ ਦੀਆਂ ਝੋਲੀਆਂ ਖਾਲੀ ਕਰਨ ਵਾਲਾ ਹੈ, ਤੂੰ ਤੇ ਵਿਹਲੀਆਂ ਝੋਲੀਆਂ ਕਰ ਦੇ, ਤੇ ਮੇਰੇ ਕਹਿਣ ਨਾਲ ਉਹ ਝੋਲੀਆਂ ਵਿਹਲੀਆਂ ਥੋੜੀ ਕਰਨ ਲੱਗ ਜਾਏਗਾ। ਕੀ ਫਰਕ ਪੈਣਾ? ਮੈਂ ਆਪਣੇ ਜੀਵਨ ਵਿੱਚ ਕੀ ਕਮਾਇਆ? ਰੱਬ ਦੇ ਗੁਣ ਪੜ੍ਹ ਲਏ ਵੀ ਰੱਬ ਜੀ ਦਇਆਲੂ ਨੇ, ਰੱਬ ਜੀ ਕਿਰਪਾਲੂ ਨੇ, ਰੱਬ ਜੀ ਬਖਸ਼ਿਸ਼ ਦੇਣ ਵਾਲੇ ਨੇ, ਰਹਿਮਤ ਕਰਕੇ ਹਰ ਇੱਕ ਦਾਤ ਝੋਲੀ ਵਿੱਚ ਪਾਉਣ ਵਾਲੇ ਨੇ। ਇਹ ਗੁਣ ਪਰਮੇਸ਼ਵਰ ਦੇ ਨੇ। ਇਹਨਾਂ ਦਾ ਮੈਨੂੰ ਬੈਨੀਫਿਟ ਕੀ ਹੈ? ਮੈਨੂੰ ਲਾਭ ਉਦਣ ਹੋਏਗਾ ਜਿੱਦਣ ਮੈਂ ਦਇਆ ਦੀ ਬਿਰਤੀ ਧਾਰਨ ਕਰਾਂਗਾ। ਮੈਨੂੰ ਤੇ ਲਾਭ ਉਦਣ ਹੈ
ਮੈਨੂੰ ਤੇ ਲਾਭ ਉਦਣ ਹੋਏਗਾ ਜਿੱਦਣ ਮੈਂ ਪਰਮੇਸ਼ਵਰ ਦਾ ਗੁਣ ਪੜ੍ਹ ਲਿਆ ਜੀ। ਰੱਬ ਮਿੱਠ ਬੋਲੜਾ ਹੈ, ਮੈਂ ਮਿੱਠ ਬੋਲੜਾ ਬਣ ਜਾ। ਲਾਭ ਤੇ ਮੈਨੂੰ ਤਾਂ ਮੈਂ ਕਹੀ ਜਾਵਾਂ ਰੱਬ ਮਿੱਠ ਬੋਲੜਾ ਹੈ ਤੇ ਆਪ ਸਿਵਾਏ ਮਿਰਚਾਂ ਤੋਂ ਕਦੇ ਬੋਲਿਆ ਹੀ ਕੁਛ ਨਾ ਹੋਵੇ, ਮੈਨੂੰ ਕੀ ਲਾਭ ਹੋਇਆ? ਰੱਬ ਜੀ ਮਿੱਠ ਬੋਲੜੇ ਤੇ ਆਪ ਸਾਰਾ ਦਿਨ ਕੁੜੱਤਣ ਆਪਣੇ ਮੁਖ ਤੋਂ ਉਗਲਣੀ, ਆਪਣੇ ਮੂੰਹ ਤੋਂ ਸਦਾ ਕੁੜੱਤਣ ਬੋਲਣੀ, ਮੈਨੂੰ ਲਾਭ ਕੀ ਹੋਇਆ ਰੱਬ ਦੇ ਮਿੱਠ ਬੋਲੜੇ ਦਾ? ਲਾਭ ਤੇ ਤਾਂ ਹੈ ਨਾ ਵੀ ਜੇ ਮੈਂ ਵੀ ਰੱਬ ਜੀ ਦੇ ਇਸ ਗੁਣ ਨੂੰ ਸਿੱਖਾਂ ਵੀ ਮੇਰਾ ਪਰਮੇਸ਼ਵਰ ਮਿੱਠ ਬੋਲੜਾ ਹੈ ਤੇ ਮੈਂ ਕੋਸ਼ਿਸ਼ ਕਰਾਂ ਮੇਰੀ ਜ਼ੁਬਾਨ ਉੱਤੇ ਵੀ ਮਿਠਾਸ ਹੋਵੇ, ਤਾਂ ਲਾਭ ਹੈ। ਰੱਬ ਬਖਸ਼ਿਸ਼ ਕਰਨ ਵਾਲਾ, ਮੈਂ ਸਾਰੀ ਦੁਨੀਆ ਦੀ ਸਹਾਇਤਾ ਨਹੀਂ ਕਰ ਸਕਦਾ, ਪਰ ਮੇਰੇ ਸਾਹਮਣੇ ਜੇ ਕੋਈ ਲੋੜਵੰਦ ਆਵੇ ਤੇ ਮੈਂ ਜਿੰਨੀ ਮੇਰੀ ਸਮਰੱਥਾ ਉਹਦੀ ਸਹਾਇਤਾ ਕਰਾਂ ਤਾਂ ਤੇ ਮੈਨੂੰ ਲਾਭ ਹੁੰਦਾ। ਇਹ ਸੀ ਰੱਬ ਦੇ ਗੁਣਾਂ ਨੂੰ ਪੜ੍ਹਨਾ, ਗੁਣ ਗਣਾਉਣਾ ਤੇ ਵਿਚਾਰਨਾ। ਪਰ ਅਸੀਂ ਸੀਮਤ ਰਹਿ ਗਏ, ਰੱਬ ਰੱਬ ਹੈ ਜੀ, ਅਸੀਂ ਇਨਸਾਨ ਆ, ਇੱਥੋਂ ਤੱਕ ਸੀਮਤ ਰਹਿ ਗਏ ਜੀ। ਉਹ ਤੇ ਰੱਬ ਹੈ, ਜੇ ਉਹ ਰੱਬ ਹੈ ਤੇ ਤੇਰੇ ਵਿੱਚ ਕੌਣ ਬੈਠਾ? ਬੜਾ ਸੌਖਾ ਜਿਹਾ ਤਰੀਕਾ ਇਹ ਕਹਿ ਕੇ ਪੱਲਾ ਝਾੜ ਲੈਣਾ ਵੀ ਉਹ ਤੇ ਰੱਬ ਹੈ ਜੀ। ਜੇ ਉਹ ਰੱਬ ਹੈ ਤੇਰੇ ਅੰਦਰ ਕੌਣ ਬੈਠਾ? ਫਿਰ ਇਨਸਾਨ ਬੜੇ ਜ਼ੋਰ ਨਾਲ ਕਹਿੰਦਾ ਮੇਰੇ ਅੰਦਰ ਵੀ ਰੱਬ ਬੈਠਾ। ਜੇ ਤੇਰੇ ਅੰਦਰ ਰੱਬ ਬੈਠਾ, ਤੂੰ ਰੱਬ ਕਿਉਂ ਨਹੀਂ ਬਣ ਸਕਦਾ? ਰੱਬ ਇਹ ਥੋੜੀ ਵੀ ਅੱਖਾਂ ਵੀ ਜਿਹੜਾ ਅੱਖਾਂ ਨਾਲ ਦਿਸੇ ਨਾ ਉਹ ਰੱਬ ਬਣ ਗਿਆ, ਜਿਹੜਾ ਆਪਣੀ ਮਰਜ਼ੀ ਨਾਲ ਹਨੇਰੀ ਚਲਾ ਦੇ ਉਹ ਰੱਬ ਬਣ ਗਿਆ, ਜਿਹੜਾ ਆਪਣੀ ਮਰਜ਼ੀ ਨਾਲ ਸੂਰਜ ਛਿਪਾ ਦੇ ਉਹ ਰੱਬ ਨਹੀਂ। ਰੱਬ ਕੀ ਹੈ? ਚੰਗੇ ਗੁਣ। ਜਿਹੜੇ ਜੀਵ ਅੰਦਰ ਚੰਗੇ ਗੁਣ ਨੇ, ਅਸੀਂ ਉਹਨੂੰ ਯਾਰ ਇਹ ਸਹਿਜ ਸੁਭਾਅ ਅਸੀਂ ਰੂਟੀਨ ਦੇ ਵਿੱਚ ਰੋਜ਼ਾਨਾ ਦੀ ਬੋਲੀ ਵਿੱਚ ਲਫ਼ਜ਼ ਵਰਤ, ਇਹ ਤੇ ਰੱਬ ਵਰਗਾ ਹੈ। ਕਿਉਂ? ਚੰਗੇ ਗੁਣ ਨੇ ਉਹਦੇ ਕੋਲ। ਹੁਣ ਇਹਨੂੰ ਸੌਖੇ ਰੂਪ ਚ ਹੋਰ ਸਮਝ ਲਈਏ। ਇੱਕ ਬੰਦਾ ਦਿਨ ਰਾਤ ਮਾੜੀ ਸੰਗਤ ਵਿੱਚ ਬੈਠਾ ਹੋਵੇ, ਨਸ਼ੇ ਵਿੱਚ ਦਿਨ ਰਾਤ ਧੁੱਤ ਰਹਿੰਦਾ ਹੋਵੇ, ਵਿਚਾਰ ਉਹਨੇ ਕਦੇ ਚੰਗੀ ਰੱਖੀ ਨਾ ਹੋਵੇ, ਵਿਕਾਰਾਂ ਵਿੱਚ ਖਚਤ ਹੋਵੇ, ਕਹਿ ਦਾਂਗੇ ਜਾ ਕੇ ਵੀ ਇਹ ਰੱਬ ਹੈ? ਨਹੀਂ। ਦੂਜੇ ਪਾਸੇ ਆ ਜਾਓ, ਸੋਹਣੀ ਵਿਚਾਰ ਹੋਵੇ, ਗੁਣਾ ਭਰਪੂਰ ਜੀਵਨ ਹੋਵੇ, ਹਰ ਵਕਤ ਸੁਚੇਤਤਾ ਵਿੱਚ ਰਹਿੰਦਾ ਹੋਵੇ, ਹਰ ਵਕਤ ਚੰਗੀ ਮੱਤ ਦਾ ਧਾਰਨੀ ਹੋਵੇ, ਸਹਿਜ ਸੁਭਾਅ ਸੀ ਉਹਦਾ ਜੀਵਨ ਵੇਖ ਕੇ ਕਹਿੰਦੇ ਵੀ ਇਹ ਤੇ ਰੱਬ ਵਰਗਾ ਹੈ। ਕੀ ਵੇਖਿਆ? ਰੂਪ ਵੇਖਿਆ ਉਹਦਾ? ਨਹੀਂ, ਗੁਣ ਵੇਖੇ। ਗੁਣ ਵੇਖ ਕੇ ਕਹਿਤਾ ਵੀ ਇਹ ਤੇ ਰੱਬ ਵਰਗਾ ਹੈ। ਹਰ ਬੰਦਾ ਰੱਬ ਹੈ ਜੇ ਆਪਣੇ ਅੰਦਰ ਗੁਣਾਂ ਨੂੰ ਪੈਦਾ ਕਰ ਲਏ। ਹਰ ਇਨਸਾਨ ਪਰਮੇਸ਼ਵਰ ਹੈ ਜੇ ਪਰਮੇਸ਼ਵਰ ਦੇ ਗੁਣ ਆਪਣੇ ਅੰਦਰ ਪੈਦਾ ਕਰ ਲਏ। ਐਵੇਂ ਨਹੀਂ ਸੀ ਸਰਮਦ ਵਰਗੇ ਜਾਂ ਹੋਰ ਜਿਨ੍ਹਾਂ ਨੇ ਅਨਲ ਹੱਕ ਦੇ ਨਾਰੇ ਲਾਏ, ਉਹਨਾਂ ਨੇ ਐਵੇਂ ਨਹੀਂ ਸੀ ਆਖਤਾ ਵੀ ਰੱਬ ਜੀ ਤੂੰ ਤੇ ਮੈਂ ਤੇ ਤੂੰ, ਆਪਾਂ ਇੱਕੋ ਹੀ ਆ। ਪਿੱਛੇ ਆਪਾਂ ਭਗਤ ਰਵਿਦਾਸ ਜੀ ਦਾ ਸ਼ਬਦ ਪੜ੍ਹ ਕੇ ਆਏ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। ਹੁਣ ਕਿੰਨਾ ਪ੍ਰੇਮ ਭਾਵ ਉਹਨਾਂ ਨੇ ਪ੍ਰਗਟ ਕੀਤਾ ਵੀ ਰੱਬ ਜੀ ਤੇਰੇ ਤੇ ਮੇਰੇ ਵਿੱਚ ਫਰਕ ਹੀ ਕੋਈ ਨਹੀਂ। ਹੁਣ ਬੰਦਾ ਸਾਹਮਣੇ ਬੈਠਾ ਕਵੇ ਉਹ ਤੇ ਰੱਬ ਹੈ, ਤੂੰ ਬੰਦਾ ਹੈ। ਹੁਣ ਉੱਥੇ ਭਗਤ ਰਵਿਦਾਸ ਨੇ ਸਰੀਰ ਤੇ ਪਾਸੇ ਰੱਖਤਾ। ਉਹਨਾਂ ਨੇ ਸਰੀਰ ਪਾਸੇ ਰੱਖ ਕੇ ਅੰਦਰ ਦੀ ਜਿਹੜੀ ਅਧਿਆਤਮਕ ਅਵਸਥਾ ਸੀ, ਪ੍ਰੇਮ ਭਾਵਨਾ ਸੀ, ਉਹਦਾ ਪਿਆਰ ਸੀ ਜਿਹੜਾ ਉਹਨੂੰ ਪ੍ਰਗਟਾਇਆ। ਉਹ ਪ੍ਰੇਮ ਭਾਵਨਾ ਪ੍ਰਗਟਾਉਂਦਿਆਂ ਕਹਿੰਦੇ ਰੱਬ ਜੀ ਤੇਰੇ ਤੇ ਮੇਰੇ ਵਿੱਚ ਫਰਕ ਹੀ ਕੋਈ ਨਹੀਂ ਹੈ। ਜੇ ਮੈਂ ਲਫ਼ਜ਼ ਵਰਤ ਲਾਂ ਤੂੰ ਇਨਕਾਰੀ ਨਹੀਂ ਹੁੰਦਾ, ਜੇ ਤੂੰ ਲਫ਼ਜ਼ ਆਖ ਦੇ ਤੇ ਮੈਂ ਇਨਕਾਰੀ ਨਹੀਂ ਆ। ਜੇ ਸਮਾਜ ਤੇ ਰਹਿੰਦੇ ਆ ਆਪਣੀ ਜ਼ੁਬਾਨ ਤੋਂ ਮੈਂ ਕੁਝ ਬੋਲਦੇ ਆ ਤੇ ਰੱਬਾ ਇਹ ਨਹੀਂ ਵੀ ਉਹ ਕਾਰਜ ਨਹੀਂ ਹੋਵੇਗਾ, ਤੂੰ ਉਹ ਵੀ ਕਾਰਜ ਸਵਾਰਦਾ। ਤੇ ਜੇ ਤੂੰ ਆਪਣੀ ਜ਼ੁਬਾਨ ਤੋਂ ਬੋਲਦਾ ਮੇਰੇ ਕੋਲ ਹਿੰਮਤ ਨਹੀਂ ਵੀ ਮੈਂ ਤੇਰਾ ਹੁਕਮ ਮੋੜਾਂ, ਉਹ ਕਾਰਜ ਸਵਰਦਾ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸ, ਕੀ ਫਰਕ ਆਪਣੇ ਚ? ਬਸ ਇਹ ਹੈ ਵੀ ਤੂੰ ਉਹ ਰੂਪ ਹੈ ਜਿੱਥੇ ਤੱਕ ਪਹੁੰਚ ਨਹੀਂ ਹੈ, ਮੈਂ ਉਹ ਰੂਪ ਹਾਂ ਜਿੱਥੇ ਤੱਕ ਹਰ ਇਨਸਾਨ ਪਹੁੰਚ ਸਕਦਾ।
ਜੇ ਤੇ ਅਸੀਂ ਰੱਬ ਉਦਾਂ ਲੱਭਣ ਚੱਲੀਏ, ਅਸੀਂ ਉਹ ਰੱਬ ਲੱਭਣਾ ਜੀ ਜਿਹੜਾ ਰੱਬ ਨਾ ਦਿਸਦਾ, ਜਿਹੜਾ ਰੱਬ ਨਾ ਕਦੇ ਕਿਸੇ ਨੂੰ ਮਿਲਿਆ, ਅਸੀਂ ਉਹ ਲੱਭਣ ਚੱਲੇ। ਉਹ ਨਹੀਂ ਲੱਭਣਾ। ਮਤਾ ਇਹ ਆਪਣੇ ਮਨਾਂ ਵਿੱਚ ਅਸੀਂ ਖਿਆਲ ਲੈ ਆਈਏ ਵੀ ਅਸੀਂ ਉਹ ਵੀ ਰੱਬ ਲੱਭ ਲਾਂਗੇ, ਨਹੀਂ। ਅਸੀਂ ਆਪਣੇ ਅੰਦਰ ਚੰਗੇ ਗੁਣ ਪੈਦਾ ਕਰਕੇ ਖੁਦ ਪਰਮੇਸ਼ਵਰ ਰੂਪ ਬਣ ਕੇ ਤੇ ਆਪਣੇ ਵਿੱਚੋਂ ਪਰਮੇਸ਼ਵਰ ਵੇਖਣਾ ਵੀ ਸਾਡੇ ਅੰਦਰ ਬੈਠਾ ਰੱਬ ਹੈ। ਤੇ ਮੈਂ ਕੀ ਬਣ ਗਿਆ? ਜਿਵੇਂ ਇੱਕ ਬੱਚਾ ਨਾ ਪਹਿਲੋਂ ਉਹਦਾ ਪਿਤਾ ਸਮਾਜ ਵਿੱਚ ਵਿਚਰਦਾ, ਉਹਦੇ ਪਿਤਾ ਤੋਂ ਬਾਅਦ ਵਿੱਚ ਉਹ ਬੱਚਾ ਆਪ ਸਮਾਜ ਵਿੱਚ ਵਿਚਰਨ ਲੱਗਦਾ, ਪਿਤਾ ਦੀ ਜਗ੍ਹਾ ਦੇ ਉੱਤੇ। ਸਾਰੀ ਜ਼ਿੰਮੇਵਾਰੀ ਬਾਪੂ ਨੇ ਪੁੱਤਰ ਨੂੰ ਦੇਤੀ ਨਾ, ਹੁਣ ਉਹ ਸਮਾਜ ਵਿੱਚ ਵਿਚਰਨ ਲੱਗ ਗਿਆ। ਚਿਹਰਾ ਭਾਵੇਂ ਨਾ ਮਿਲੇ, ਸੁਭਾਵ, ਬੋਲਚਾਲ ਔਰ ਗੁਣ ਜਦੋਂ ਮਿਲਦੇ ਨੇ ਨਾ, ਸਹਿਜ ਸੁਭਾਅ ਸਮਾਜ ਵਿਚਲੇ ਲੋਕ ਕਹਿੰਦੇ ਆਪਣੇ ਬਾਪੂ ਵਰਗਾ ਹੈ। ਚਿਹਰਾ ਮਿਲਦਾ ਹੋਵੇ, ਸੁਭਾਵ ਨਾ ਮਿਲਦਾ ਹੋਵੇ, ਗੁਣ ਨਾ ਮਿਲਦੇ ਹੋਣ, ਉਹੀ ਸਮਾਜ ਦੇ ਲੋਕ ਕਹਿਣਗੇ ਦਿਸਦਾ ਪਿਓ ਵਰਗਾ ਹੈ ਪਰ ਹੈ ਨਹੀਂ। ਹੁਣ ਚਿਹਰੇ ਤੋਂ ਤੇ ਕੋਈ ਪ੍ਰਭਾਵਿਤ ਨਹੀਂ ਹੋਇਆ, ਲੋਕ ਉਹੀ ਨੇ। ਚਿਹਰਾ ਨਹੀਂ ਮਿਲਦਾ, ਸੁਭਾਵ ਮਿਲ ਰਿਹਾ, ਗੁਣ ਮਿਲ ਰਹੇ। ਸਮਾਜ ਦੇ ਲੋਕਾਂ ਨੇ ਕਿਹਾ ਭਾਈ ਆਪਣੇ ਬਾਪੂ ਤੇ ਗਿਆ, ਆਪਣੇ ਪਿਓ ਵਰਗਾ। ਚਿਹਰਾ ਮਿਲਦਾ ਹੈ, ਸੁਭਾਵ ਨਹੀਂ ਮਿਲਦਾ, ਗੁਣ ਨਹੀਂ ਮਿਲਦੇ। ਉਹੀ ਸਮਾਜ ਦੇ ਲੋਕ ਕਹਿ ਰਹੇ ਵੀ ਦਿਸਦਾ ਪਿਓ ਵਰਗਾ ਹੈ ਨਹੀਂ। ਹੁਣ ਅਸੀਂ ਆਪਣੇ ਵੱਲ ਝਾਤ ਮਾਰੀਏ, ਸਵਰੂਪ ਸਾਡਾ ਕੋਈ ਹੋਵੇ, ਗੁਣ ਰੱਬ ਵਰਗੇ ਹੋਣਗੇ, ਸੁਭਾਵ ਰੱਬ ਵਰਗਾ ਹੋਏਗਾ, ਤੇ ਕਿਉਂ ਨਾ ਆਖਿਆ ਜਾਏਗਾ ਵੀ ਆਪਣੇ ਬਾਪੂ ਵਰਗਾ। ਤੇ ਅਸੀਂ ਆਪਣੇ ਆਪ ਦੇ ਸਰੂਪ ਨੂੰ ਰੱਬ ਵਰਗਾ ਬਣਾਈ ਫਿਰੀਏ ਵੀ ਅਸੀਂ ਰੱਬ ਹੁੰਨੇ। ਨਾ ਜ਼ਿੰਦਗੀ 'ਚ ਗੁਣ ਨਜ਼ਰ ਆਵੇ, ਨਾ ਸੁਭਾਵ ਨਜ਼ਰ ਆਵੇ, ਤੇ ਫਿਰ ਕੌਣ ਆਖੇਗਾ ਵੀ ਇਹ ਰੱਬ ਹੈ? 4 ਕੁ ਦਿਨ ਤੇ ਲੋਕ ਢੋਲ ਵਜਾ ਕੇ ਕਹਿ ਦੇਣਗੇ ਰੱਬ ਹੈ, ਮੁੜ ਕੇ ਉਹੀ ਲੋਕਾਂ ਨੇ ਕਹਿਣਾ ਦਿਸਦਾ ਸੀ, ਅਸੀਂ ਤੇ ਰੱਬ ਮੰਨਦੇ ਰਹੇ, ਪਰ ਇਹ ਤੇ ਕੁਝ ਹੋਰ ਹੀ ਬਣ ਗਿਆ, ਕਿਉਂਕਿ ਗੁਣ ਕੋਲੇ ਨਹੀਂ। ਤੇ ਗੁਣਾਂ ਨੇ ਸਾਨੂੰ ਪਰਮੇਸ਼ਵਰ ਬਣਾਉਣਾ। ਤੇ ਸਾਹਿਬ ਕਹਿੰਦੇ, ਗੁਰੂ ਰਾਮਦਾਸ ਜੀ ਕਹਿੰਦੇ, ਇਸ ਲਈ ਰੱਬ ਦੇ ਗੁਣਾਂ ਨੂੰ ਪੜ੍ਹੀਏ, ਰੱਬ ਦੇ ਗੁਣਾਂ ਨੂੰ ਵਿਚਾਰੀਏ, ਤੇ ਹਰ ਹਰ ਨਾਮ ਕਥਾ ਨਿਤ ਸੁਣੀਏ। ਨਿਤਾ ਪ੍ਰਤੀ ਉਸ ਪਰਮੇਸ਼ਵਰ ਦੀ ਵਡਿਆਈ ਅਸੀਂ ਸੁਣੀਏ, ਰੱਬ ਜੀ ਕੀ ਵਡਿਆਈ ਆਪਣੇ ਜੀਵਨ ਅੰਦਰ ਧਾਰਨ ਕਰੀਏ। ਜਦੋਂ ਇਹ ਸਾਰਾ ਕੁਝ ਆਪਣੇ ਜੀਵਨ ਵਿੱਚ ਕਮਾਵਾਂਗੇ, ਕੀ ਹੋਏਗਾ? ਮਿਲ ਸਤ ਸੰਗਤ ਹਰ ਗੁਣ ਗਾਏ। ਜਦੋਂ ਭਲਿਆਂ ਦੀ ਸੰਗਤ ਵਿੱਚ ਬੈਠ ਕੇ ਰੱਬੀ ਗੁਣਾਂ ਨੂੰ ਗਾਇਨ ਕੀਤਾ, ਰੱਬੀ ਗੁਣਾਂ ਨੂੰ ਕਮਾਇਆ, ਰੱਬੀ ਗੁਣਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕੀਤਾ, ਜਗ ਭਉਜਲ ਦੁਤਰ ਤਰੀਐ ਜੀਓ। ਉਹੀ ਭਉਜਲ ਸਾਗਰ ਜਿਹਦੇ ਵਿੱਚ ਅੱਜ ਤੱਕ ਲੋਕ ਡੁੱਬਦੇ ਆਏ, ਜਿਹਨੂੰ ਤਰਨਾ ਸੌਖਾ ਨਹੀਂ ਹੈ, ਗੁਰੂ ਰਾਮਦਾਸ ਸਾਹਿਬ ਕਹਿੰਦੇ ਉਹੀ ਭਉਜਲ ਸਾਗਰ ਜੀਵ ਆਸਾਨੀ ਨਾਲ ਲੰਘ ਜਾਂਦਾ ਹੈ। ਕਿੱਡਾ ਸੁਖਾਲਾ ਜਿਹਾ ਤਰੀਕਾ, ਨਾ ਕਿਤੇ ਆਰੇ ਨਾਲ ਚਰਾਉਣਾ ਪਿਆ, ਨਾ ਕਿਤੇ ਰੁੱਖ ਤੇ ਚੜ ਕੇ ਛਾਲ ਮਾਰਨੀ ਪਈ, ਨਾ ਕਿਤੇ ਜਾ ਕੇ ਗੋਤੇ ਖਾਣੇ ਪਏ, ਕੁਝ ਨਹੀਂ ਕਰਨਾ ਪਿਆ। ਜਿਹੜਾ ਕੁਝ ਸਮਾਜ ਵਿੱਚ ਪ੍ਰਚਲਿਤ ਸੀ, ਸਮਾਜ ਵਿੱਚ ਪ੍ਰਚਲਿਤ ਕੀ ਹੈ? ਮੋਨ ਭਇਓ ਕਰ ਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ,
ਤਟ ਤੀਰਥ ਸਭ ਧਰਤੀ ਭ੍ਰਮਿਓ ਦੁਬਿਧਾ ਛੁਟਕੈ ਨਾਹੀ। ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰਵਤ ਤਰਾਏ। ਮਨ ਕੀ ਮੈਲ ਨਾ ਉਤਰੈ ਇਹ ਬਿਦ ਜੇ ਲੱਖ ਯਤਨ ਕਰਾਏ। ਨਾ ਰੁੱਖ ਤੇ ਚੜੇ ਦਾ ਲਾਭ ਹੋਇਆ, ਨਾ ਸਿਰ ਤੇ ਹਾਰੇ ਚਲਾਏ ਦਾ ਲਾਭ ਹੋਇਆ। ਮਨ ਕੀ ਮੈਲ ਨਾ ਉਤਰੈ ਇਹ ਬਿਦ। ਹੁਣ ਜਿਹੜੀ ਅੰਦਰ ਮੈਲ ਇਕੱਠੀ ਕੀਤੀ ਹੋਈ ਸੀ ਉਹ ਮੈਲ ਲੱਥੀ ਕੋਈ ਨਹੀਂ। ਜਦੋਂ ਮੈਲ ਲੱਥੀ ਨਹੀਂ ਨਿਰਮਲਤਾਈ ਆਈ ਕੋਈ ਨਹੀਂ। ਤੇ ਜਦੋਂ ਨਿਰਮਲਤਾਈ ਹੋਈ ਨਹੀਂ ਆਈ ਭਲਾਈ ਕਿਵੇਂ ਆ ਜਾਏਗੀ। ਤੇ ਸਾਹਿਬ ਕੀ ਆਖਦੇ, ਕਹਿੰਦੇ ਰੱਬ ਦੇ ਗੁਣਾਂ ਨੂੰ ਪੜ੍ਹ ਕੇ, ਰੱਬ ਦੇ ਗੁਣਾਂ ਨੂੰ ਸੁਣਦੇ ਆ, ਰੱਬ ਦੇ ਗੁਣਾਂ ਨੂੰ ਗੁਣ ਗਣਾਉਂਦੇ ਆ। ਜਦੋਂ ਅਸੀਂ ਰੱਬੀ ਗੁਣ ਆਪਣੇ ਜੀਵਨ ਵਿੱਚ ਧਾਰਨ ਕਰਦੇ ਆ, ਬੜੀ ਆਸਾਨੀ ਨਾਲ ਭਲਿਆਂ ਦੇ ਸੰਗ ਵਿੱਚ ਬੈਠੇ ਆ। ਇੱਕ ਜੀਵ ਇਸ ਦੁਤਰ ਭਵਜਲ ਸਾਗਰ ਨੂੰ ਆਸਾਨੀ ਦੇ ਨਾਲ ਤਰ ਜਾਂਦਾ ਹੈ। ਆਓ ਸਖੀ ਹਰ ਮੇਲ ਕਰਿਹਾ ਮੇਰੇ ਪ੍ਰੀਤਮ ਕਾ ਮੈਂ ਦੇ ਸਨੇਹਾ। ਮੇਰਾ ਮਿੱਤਰ ਸਖਾ ਸੋ ਪ੍ਰੀਤਮ ਪਾਈ। ਮੈਂ ਦਸੇ ਹਰ ਨਰ ਹਰੀਐ ਜਿਉ। ਫਿਰ ਹੁਣ ਗੁਰਮੁਖ ਸਖੀਆਂ ਜਿਹੜੀਆਂ ਨਾ, ਮਤਲਬ ਸਾਰੇ ਸਤ ਸੰਗੀ ਜਨ, ਜਿਹਨੂੰ ਆਪਾਂ ਇਉਂ ਕਹਿ ਸਕਦੇ ਹਾਂ ਵੀ ਸਾਰੇ ਉਹ ਸ਼ਖਸ ਜਿਹੜੇ ਆਪਣੇ ਅੰਦਰ ਰੱਬੀ ਪ੍ਰੇਮ ਲੈ ਕੇ ਬੈਠੇ ਨੇ, ਰੱਬੀ ਪ੍ਰੀਤ ਦੇ ਧਾਰਨੀ, ਉਹਨਾਂ ਦੇ ਬਾਰੇ ਵਿੱਚ ਜ਼ਿਕਰ ਕੀਤਾ। ਕਹਿੰਦੇ ਆਓ ਸਖੀ, ਹੇ ਸਖੀਏ ਮਤਲਬ ਸਹੇਲਿਓ ਆਓ, ਹਰ ਮੇਲ ਕਰੇ ਹਾਂ ਆਪਾਂ ਰੱਬ ਜੀ ਨਾਲ ਆਪਣਾ ਮਿਲਾਪ ਕਰੀਏ। ਜਿਹਨੂੰ ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਜ਼ਿਕਰ ਕਰਦੇ ਆ ਆਖਿਆ, ਤੇ ਮਾਲਕ ਕਹਿੰਦੇ ਆਵੋ ਸੰਤ ਪਿਆਰਿਓ ਅਕਥ ਕੀ ਕਰੇ ਕਹਾਣੀ। ਕਰਹਿ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈਐ ਹਰ ਮੇਲ ਕਰੇਹਾ। ਫਿਰ ਉਹ ਦੱਸਦੇ ਅੱਗੋਂ ਵੀ ਕਿਵੇਂ ਮੇਲ ਹੁੰਦਾ। ਤਨ ਮਨ ਧਨ ਸਭ ਸੌਂਪ ਗੁਰ ਕਾ ਹੁਕਮ ਮੰਨਿਐ ਪਾਈਐ। ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ। ਕਹੈ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ। ਆਓ ਸਖੀ ਹਰ ਮੇਲ ਕਰੇ ਹਾਂ, ਜਿਹਨੂੰ ਫਿਰ ਕਹਿੰਦੇ ਆਵੋ ਭੈਣੇ ਗਲ ਮਿਲੇ। ਅੰਕ ਸਹੇਲੜੀਆਂ ਮਿਲ ਕੇ ਕਰੇ ਕਹਾਣੀਆਂ ਸਮਰੱਥ ਕੰਤ ਕੀਆਂ। ਆਪਾਂ ਮਿਲ ਕੇ ਸਾਰੇ ਉਸ ਸਮਰੱਥ ਦੀਆਂ, ਉਸ ਪਰਮੇਸ਼ਵਰ ਦੀਆਂ ਬਾਤਾਂ ਪਾਈਏ। ਫਿਰ ਨਾਲ ਆਖਿਆ ਕਹਿੰਦੇ ਆਓ ਭਾਈ ਆਪਾਂ ਸਾਰੇ ਸਖੀ ਜਨ ਮਿਲ ਕੇ, ਗੁਰਮੁਖ ਜਨ ਮਿਲ ਕੇ ਰੱਬ ਜੀ ਦੇ ਮਿਲਾਪ ਦੀ ਬਾਤ ਪਾਈਏ, ਰੱਬੀ ਮੇਲ ਦੀ ਬਾਤ ਪਾਈਏ। ਮੈਂ ਮੇਰੇ ਪ੍ਰੀਤਮ ਕਾ ਮੈਂ ਦੇ ਸੁਨੇਹਾ, ਮੈਨੂੰ ਮੇਰੇ ਪ੍ਰੀਤਮ ਦਾ ਸੁਨੇਹਾ ਦਿਓ, ਮੇਰੇ ਪ੍ਰੀਤਮ ਦੇ ਘਰ ਦੀ ਬਾਤ ਪਾਓ। ਤੇ ਜਦੋਂ ਰੱਬ ਦੇ ਸੁਨੇਹੇ ਦੀ ਬਾਤ ਆਈ ਤੇ ਉਦੋਂ ਸਤਿਗੁਰੂ ਜੀ ਬਾਣੀ ਵਿੱਚ ਜ਼ਿਕਰ ਕਰਦੇ ਆ, ਕੀ ਆਖਦੇ, ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ। ਮੇਰੇ ਪ੍ਰੀਤਮ ਕਾ ਮੈਂ ਦੇ ਸੁਨੇਹਾ, ਵੀ ਮੇਰੇ ਪਿਆਰੇ ਦੇ ਘਰ ਦਾ ਮੈਨੂੰ ਕੋਈ ਸੁਨੇਹਾ ਦਿਓ, ਮੇਰੇ ਪ੍ਰੀਤਮ ਦਾ ਕੋਈ ਮੈਨੂੰ ਸੁਨੇਹਾ ਦੱਸੋ, ਮੈਨੂੰ ਉਹਦੀ ਕੋਈ ਬਾਤ ਦੱਸੋ, ਮੈਨੂੰ ਉਹਦਾ ਕੋਈ ਗੁਣ ਦੱਸੋ। ਇਹਨੂੰ ਜਦੋਂ ਆਪਾਂ ਪ੍ਰੇਮ ਭਾਵ ਦੇ ਰੂਪ ਵਿੱਚ ਵੇਖਾਂਗੇ ਨਾ, ਤੇ ਸਤਿਗੁਰੂ ਜੀ ਬਾਣੀ ਰਾਹੀਂ ਜ਼ਿਕਰ ਕਰਦੇ। ਜਿਵੇਂ ਇੱਕ ਮਾਂ ਦੇ ਕੋਲੋਂ ਉਹਦੀ ਔਲਾਦ ਕਈ ਕੋਹਾਂ ਦੀ ਦੂਰੀ ਤੇ ਬੈਠੀ ਹੋਵੇ, ਫਿਰ ਉਹ ਮਾਂ ਨਾ ਚਾਹੁੰਦੀ ਹੈ ਵੀ ਹੁਣ ਮੇਰੇ ਕੋਲ ਬਹਿ ਕੇ ਕੋਈ ਮੇਰੀ ਔਲਾਦ ਦੇ ਬਾਰੇ ਵਿੱਚ ਮੈਨੂੰ ਦੱਸੇ,
ਇੱਕ ਇੱਕ ਗੁਣ ਦੱਸੇ। ਫਿਰ ਉਹਨੂੰ ਉਹਦਾ ਦੱਸਿਆ ਹੋਇਆ ਇੱਕ ਇੱਕ ਗੁਣ ਬਹੁਤ ਭਾਉਂਦਾ, ਬੜਾ ਚੰਗਾ ਲੱਗਦਾ ਵੀ ਮੈਨੂੰ ਅੱਜ ਫਿਰ ਮੇਰੇ ਔਲਾਦ ਦਾ, ਮੇਰੇ ਪੁੱਤਰ ਦਾ, ਮੇਰੀ ਧੀ ਦਾ ਆ ਗੁਣ ਦੱਸਿਆ ਮੈਨੂੰ, ਉਹਨੂੰ ਬੜੀ ਖੁਸ਼ੀ ਹੁੰਦੀ। ਹੁਣ ਜਿਹੜੀ ਉਸ ਵਕਤ ਪ੍ਰਸੰਨਤਾ ਉਸ ਮਾਂ ਨੂੰ ਹੈ ਨਾ, ਉਹ ਸਿਰਫ ਉਹ ਮਾਂ ਜਾਣਦੀ, ਆਪਾਂ ਕਦੇ ਨਹੀਂ ਸਮਝ ਸਕਦੇ, ਸਿਰਫ ਉਹ ਮਾਂ ਜਾਣਦੀ ਹੈ। ਇਸੇ ਤਰ੍ਹਾਂ ਜਿਵੇਂ ਉਹ ਮਾਂ ਆਪਣੀ ਔਲਾਦ ਦੇ ਪ੍ਰਤੀ ਪ੍ਰੇਮ ਲੈ ਕੇ ਬੈਠੀ ਨਾ, ਇੱਕ ਜੀਵ ਇਸਤਰੀ ਪਰਮੇਸ਼ਵਰ ਜੀ ਦੇ ਪ੍ਰਤੀ ਆਪਣੇ ਹਿਰਦੇ 'ਚ ਪ੍ਰੇਮ ਲੈ ਕੇ ਬੈਠੀ, ਜਿਹੜੀ ਮਿਲਾਪ ਦੀ ਤਾਂਘ ਵਿੱਚ ਹੈ। ਹੁਣ ਉਹ ਮਿਲਾਪ ਦੀ ਤਾਂਘ ਵਿੱਚ ਬੈਠੀ ਹੋਈ ਜੀਵ ਇਸਤਰੀ ਗੁਰਮੁਖ ਸਖੀਆਂ ਤੋਂ, ਆਪਣੇ ਸਾਥੀਆਂ ਤੋਂ, ਆਪਣੇ ਸਤ ਸੰਗੀ ਜਨਾਂ ਤੋਂ ਕੀ ਪੁੱਛਦੀ ਹੈ? ਰੱਬ ਜੀ ਦੇ ਗੁਣਾਂ ਬਾਰੇ। ਤੇ ਜਦੋਂ ਉਹ ਰੱਬ ਜੀ ਦੇ ਗੁਣਾਂ ਬਾਰੇ ਪੁੱਛਦੀ ਹੈ, ਅੱਗੋਂ ਗੁਰਮੁਖ ਜਨ, ਸਖੀ ਜਨ ਜਿੰਨੇ ਸਨ, ਉਹ ਕੀ ਦੱਸਦੇ? ਰੱਬ ਦੇ ਗੁਣ। ਜਦੋਂ ਇੱਕ ਇੱਕ ਗੁਣ ਉਹ ਦੱਸਦੇ ਨਾ, ਫਿਰ ਕੀ ਆਉਂਦਾ? ਮਨ ਨੂੰ ਚਾਅ ਆਉਂਦਾ, ਮਨ 'ਚ ਪ੍ਰਸੰਨਤਾ ਆਉਂਦੀ, ਮਨ ਪ੍ਰਸੰਨ ਹੁੰਦਾ, ਮਨ ਨੂੰ ਖੁਸ਼ੀ ਮਹਿਸੂਸ ਹੁੰਦੀ ਹੈ। ਤੇ ਸਾਹਿਬ ਜੀ ਨੇ ਅੱਜ ਆਖਿਆ, ਕਹਿੰਦੇ ਆਓ ਸਖੀ ਭਾਈ, ਆਓ ਤੁਸੀਂ ਰੱਬ ਜੀ ਨਾਲ ਮਿਲੀਆਂ ਹੋ, ਕਿਰਪਾ ਕਰਕੇ ਦੱਸੋ ਕਿ ਉਸ ਪਰਮੇਸ਼ਵਰ ਨੂੰ ਕਿਵੇਂ ਮਿਲੀਦਾ? ਮੇਰਾ ਵੀ ਮੇਲ ਹੋਵੇ ਤੇ ਮੇਰੇ ਪ੍ਰੀਤਮ ਦੇ ਘਰ ਦਾ ਮੈਨੂੰ ਕੋਈ ਸੁਨੇਹਾ, ਉਹਦੇ ਘਰ ਦੀ ਕੋਈ ਬਾਤ ਦੱਸੋ, ਉਹਦੇ ਘਰ ਦੀ ਕੋਈ ਬਾਤ ਮੈਨੂੰ ਸੁਣਾਵੋ। ਮੇਰਾ ਮਿੱਤਰ ਸਖਾ ਸੋ ਪ੍ਰੀਤਮ ਭਾਈ, ਉਹ ਜਿਹੜਾ ਮੇਰਾ ਮਿੱਤਰ ਹੈ, ਮੇਰਾ ਸਖਾ ਹੈ, ਮੇਰਾ ਪ੍ਰੀਤਮ ਹੈ, ਜਿਹੜਾ ਮੈਂ ਦੱਸੇ ਹਰ ਨਰ ਹਰੀਐ ਜੀਓ, ਮੈਨੂੰ ਉਸ ਪਰਮੇਸ਼ਵਰ ਦੇ ਬਾਰੇ ਵਿੱਚ ਕੁਝ ਦੱਸਣਾ ਕਰੋ, ਮੈਨੂੰ ਉਸ ਰੱਬ ਜੀ ਦੇ ਬਾਰੇ ਵਿੱਚ ਕੁਝ ਦੱਸੋ, ਕੋਈ ਬਾਤ ਪਾਓ, ਕੋਈ ਗੁਣ ਬਾਰੇ ਦੱਸੋ, ਉਸ ਪਰਮੇਸ਼ਵਰ ਦੇ ਘਰ ਦੀਆਂ ਬਾਤਾਂ ਮੇਰੇ ਨਾਲ ਬੈਠ ਕੇ ਪਾਉਣੀਆਂ ਕਰੋ। ਮੇਰੀ ਬੇਦਨ ਹਰ ਗੁਰ ਪੂਰਾ ਜਾਣੈ, ਹੋ ਰਹਿ ਨਾ ਸਕਾ ਬਿਨ ਨਾਮ ਵਖਾਣੇ। ਮੈਂ ਔਖਦ ਮੰਤਰ ਦੀਜੈ ਗੁਰ ਪੂਰੇ, ਮੈਂ ਹਰ ਹਰ ਨਾਮ ਉਧਰਿਐ ਜਿਉ। ਆਪਾਂ ਬੜੇ ਨਾ ਸਹਿਜ ਸੁਭਾਇਕ ਲਫ਼ਜ਼ ਵਰਤਦੇ ਹਾਂ ਵੀ ਜਿਸ ਉੱਤੇ ਬੀਤਦੀ ਨਾ, ਸਿਰਫ ਉਹ ਜਾਣਦਾ। ਹਾਂ, ਦੂਸਰਾ ਮਨੁੱਖ ਤਰਵਾਸ ਦੇਣ ਲਈ ਤੇ ਬੜੇ ਵੱਡੇ ਵੱਡੇ ਲਫ਼ਜ਼ ਵਰਤ ਲੈਂਦਾ ਹੈ, ਪਰ ਜਿਸ ਤਨ ਉੱਤੇ ਬੀਤ ਰਹੀ ਹੈ, ਉਹ ਤਨ ਉਹੀ ਜੀਵ ਜਾਣਦਾ ਵੀ ਹੁਣ ਕੀ ਬਣ ਰਿਹਾ। ਕੋਈ ਦੁੱਖ ਹੈ ਤਾਂ ਉਹ ਜਾਣਦਾ ਜਿਹਦੇ ਨਾਲ ਵਰਤ ਰਿਹਾ, ਕੋਈ ਤਕਲੀਫ ਹੈ ਤਾਂ ਵੀ ਉਹ ਜਾਣਦਾ, ਇੱਥੋਂ ਤੱਕ ਜੇ ਖੁਸ਼ੀ ਵੀ ਹੈ ਨਾ ਤੇ ਉਹ ਹੀ ਜਾਣਦਾ ਉਹਦੀ ਪ੍ਰਸੰਨਤਾ ਕਿੰਨੀ ਕੁ ਵੱਡੀ ਹੈ। ਵੇਖਣ ਵਾਲਾ ਤੇ ਹੀ ਕਹੇਗਾ ਐਵੇਂ ਹੀ ਮੁਸਕਰਾਈ ਜਾਂਦਾ, ਉਹ ਕਿੱਡੀ ਕੁ ਵੱਡੀ ਖੁਸ਼ੀ। ਪਰ ਜਿਹੜੀ ਉਸ ਵਕਤ ਅਵਸਥਾ ਤੇ ਪ੍ਰਸੰਨਤਾ ਉਹ ਮਾਣ ਰਿਹਾ ਨਾ, ਉਹ ਸਿਰਫ ਉਹ ਹੀ ਜਾਣਦਾ ਜਿਹੜੇ ਤਨ ਦੇ ਨਾਲ ਬੀਤ ਰਹੀ ਹੈ। ਸਾਹਿਬ ਕਹਿੰਦੇ ਮੇਰੀ ਬੇਦਨ, ਜਿਹੜੀ ਮੇਰੀ ਅਰਜ਼ ਹੈ, ਮੇਰੀ ਪੀੜਾ ਹੈ, ਮੇਰਾ ਦੁੱਖ ਹੈ, ਮੇਰੀ ਤਕਲੀਫ ਹੈ, ਜਿਹੜੀ ਨਾ ਹਰ ਗੁਰ ਪੂਰਾ ਜਾਣੇ। ਬਸ ਇੱਕ ਰੱਬ ਜਾਣਦਾ ਕਿ ਮੈਨੂੰ ਪੀੜਾ ਕਿਸ ਚੀਜ਼ ਦੀ। ਜਿਵੇਂ ਗੁਰੂ ਨਾਨਕ ਸਾਹਿਬ ਜੀ ਦਾ ਜਦੋਂ ਆਪਾਂ ਜੀਵਨ ਪੜ੍ਹਦੇ ਤੇ ਬਾਪੂ ਨਾਨਕ ਜੀ ਨੂੰ ਨਾ, ਜਦੋਂ ਬਚਪਨ ਦੇ ਵਿੱਚ ਖੇਡਦੇ ਨੇ, ਬਚਪਨ ਦੇ ਕੌਤਕ ਕਰਦੇ, ਤੇ ਸਤਿਗੁਰੂ ਪਾਤਸ਼ਾਹ ਅਚਾਨਕ ਚੱਕ ਨਾ ਗੰਭੀਰਤਾ ਵਾਲੇ ਸਰੂਪ ਵਿੱਚ ਚਲੇ ਜਾਂਦੇ। ਕਵੀ ਸੰਤੋਖ ਸਿੰਘ ਨੇ ਜ਼ਿਕਰ ਕੀਤਾ, ਕਹਿੰਦੇ ਪਿਤਾ ਵੀ ਚਿੰਤਾ ਵਿੱਚ ਆ ਗਏ ਤੇ ਮਾਤਾ ਵੀ ਚਿੰਤਾ ਵਿੱਚ ਆ ਗਏ। ਮਾਤਾ ਤ੍ਰਿਪਤਾ ਜੀ ਤੇ ਮਹਿਤਾ ਕਲਿਆਣ ਦਾਸ ਵੀ ਸਾਡੇ ਪੁੱਤਰ ਨੂੰ ਹੋਇਆ ਕੀ। ਫਿਰ ਉਹਨਾਂ ਨੇ ਵੈਦ ਸੱਦਿਆ,
ਚਿੰਤਾ ਬਣ ਗਈ, ਨਾ ਉਸ ਜ਼ੁਬਾਨ ਤੋਂ ਕੁਝ ਬੋਲਦੇ, ਨਾ ਕੋਈ ਦੁੱਖ, ਨਾ ਤੱਕ ਕੁਝ ਨਹੀਂ ਦੱਸਦੇ। ਫਿਰ ਕਹਿੰਦੇ ਵੀ ਹੁਣ ਵੈਦ ਨੂੰ ਬੁਲਾਓ। ਉਹ ਵੈਦ ਆ ਗਿਆ। ਜਦੋਂ ਵੈਦ ਆਇਆ ਨਾ ਤੇ ਵੈਦ ਨੇ ਆ ਕੇ ਆਪਣਾ ਕੰਮ ਕਰਨਾ ਸੀ। ਉਹਨੇ ਗੁਰੂ ਨਾਨਕ ਸਾਹਿਬ ਦੀ ਬਾਂਹ ਫੜੀ, ਨਬਜ਼ ਫੜੀ, ਤੇ ਨਬਜ਼ ਫੜ ਕੇ ਨਬਜ਼ ਟੰਡੋਲਣ ਲੱਗ ਪਿਆ, ਟਟੋਲਣ ਲੱਗ ਪਿਆ, ਲੱਭਣ ਲੱਗ ਪਿਆ। ਨਬਜ਼ ਹੱਥ ਵਿੱਚ ਫੜ ਕੇ ਹੁਣ ਦਿਸ ਤੇ ਰਿਹਾ ਹੀ ਆ ਵੀ ਕੋਈ ਦੁੱਖ ਨਹੀਂ, ਕੋਈ ਤਕਲੀਫ, ਸਰੀਰਕ ਤੌਰ ਤੇ ਕੋਈ ਦੁੱਖ ਤਕਲੀਫ ਨਹੀਂ। ਜਦੋਂ ਡਾਕਟਰ ਨੂੰ ਰੋਗ ਨਾ ਲੱਭੇ, ਫਿਰ ਉਹ ਰੋਗੀ ਨੂੰ ਪੁੱਛਦਾ ਕਿ ਕੀ ਤਕਲੀਫ ਤੈਨੂੰ ਭਾਈ, ਦੱਸ ਕੀ ਮਹਿਸੂਸ ਕਰਦਾ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਦੀ ਉਹਨੇ ਨਬਜ਼ ਫੜੀ। ਨਬਜ਼ ਫੜ ਕੇ ਟਟੋਲਣ ਤੋਂ ਬਾਅਦ ਵਿੱਚ ਉਹ ਨਤੀਜੇ ਤੇ ਪਹੁੰਚਿਆ ਵੀ ਰੋਗ ਤੇ ਕੋਈ ਵੀ ਨਹੀਂ। ਸਰੀਰਕ ਤੋਂ ਮੈਨੂੰ ਇਹਨਾਂ ਸੱਦਿਆ, ਇਸ ਕਰਕੇ ਸੱਦਿਆ ਵੀ ਇਹ ਬੋਲਦੇ ਨਹੀਂ, ਇਹ ਚਾਲਦੇ ਨਹੀਂ, ਇਹ ਕੁਝ ਖਾਂਦੇ ਪੀਂਦੇ ਨਹੀਂ। ਕਾਰਨ ਕੀ ਹੈ? ਉਹਨੇ ਆ ਕੇ ਨਬਜ਼ ਟੰਡੋਲੀ, ਤੇ ਨਬਜ਼ ਟਟੋਲਣ ਤੋਂ ਬਾਅਦ ਪਤਾ ਲੱਗਾ ਵੀ ਰੋਗ ਤੇ ਕੋਈ ਵੀ ਨਹੀਂ। ਫਿਰ ਉਹ ਪੁੱਛਦਾ ਗੁਰੂ ਨਾਨਕ ਸਾਹਿਬ ਨੂੰ, ਤੁਹਾਨੂੰ ਤਕਲੀਫ ਕੀ ਹੈ ਜੀ? ਵੀ ਸਰੀਰ ਦੇ ਵਿੱਚ ਕੋਈ ਦੁੱਖ ਹੈ, ਕੋਈ ਤਕਲੀਫ, ਕੋਈ ਪੀੜਾ, ਮੈਨੂੰ ਦੱਸੋ, ਮੈਂ ਉਹਦਾ ਇਲਾਜ ਕਰਾਂ। ਤੇ ਗੁਰੂ ਨਾਨਕ ਸਾਹਿਬ ਨੇ ਨਾ ਇੱਕ ਬਚਨ ਬੜਾ ਪਿਆਰਾ ਉਸ ਵੇਲੇ ਆਖਿਆ। ਮਾਲਕ ਕਹਿੰਦੇ, ਵੈਦ ਬੁਲਾਇਆ ਵੈਦਗੀ, ਪਕੜ ਟੰਡੋਲੇ ਬਾਂਹ। ਉਹ ਸੱਦਿਆ ਤੇ ਵੈਦਗੀ ਵਾਸਤੇ ਹੈ, ਤੇ ਉਹਨੇ ਆ ਕੇ ਆਪਣਾ ਫਰਜ਼ ਨਿਭਾਇਆ, ਉਹਨੇ ਆ ਕੇ ਆਪਣਾ ਕਰਮ ਕੀਤਾ, ਉਹਨੇ ਮੇਰੀ ਬਾਂਹ ਟੰਡੋਲੀ। ਪਰ ਕਹਿੰਦੇ ਹੁਣ ਉਹ ਭੋਲੇ ਵੈਦ ਨੂੰ ਦੱਸੇ ਕੌਣ, ਸਮਝਾਵੇ ਕਿਹੜਾ? ਉਹਨੂੰ ਇਹ ਦੱਸੇ ਕੌਣ ਵੀ ਆ ਸਰੀਰ ਨਾਲ ਤੇ ਸਾਡਾ ਸੰਬੰਧ ਹੀ ਕੋਈ ਨਹੀਂ ਹੈ। ਇਹਦੇ ਨਾਲ ਸਾਡਾ ਨਾ ਕੋਈ ਦੁੱਖ ਹੈ, ਨਾ ਕੋਈ ਤਕਲੀਫ ਹੈ। ਭੋਲਾ ਵੈਦ ਨਾ ਜਾਣਈ, ਕਰਕ ਕਲੇਜੇ ਮਾਹੀ। ਕਿਹੜਾ ਸਮਝੇ ਹੁਣ? ਜਿਹੜੀ ਬਿਰਖਾ ਦੀ ਪੀੜਾ ਹੈ ਨਾ, ਉਹ ਵੈਦ ਨਹੀਂ ਜਾਣ ਸਕਦਾ। ਵੈਦ ਦਿਲ ਦੇ ਰੋਗ ਦੱਸ ਸਕਦਾ ਵੀ ਤੇਰੇ ਦਿਲ ਨੂੰ ਆ ਰੋਗ ਹੈ, ਪਰ ਪੀੜਾ ਨੂੰ ਕੌਣ ਦੱਸੇ? ਵੈਦ ਇਹ ਤੇ ਦੱਸ ਸਕਦਾ ਵੀ ਤੇਰਾ ਹਾਰਟ ਚੰਗੀ ਤਰ੍ਹਾਂ ਵਰਕ ਕਰ ਰਿਹਾ ਕਿ ਨਹੀਂ ਕਰ ਰਿਹਾ, ਪਰ ਵੈਦ ਇਹ ਨਹੀਂ ਦੱਸ ਸਕਦਾ ਵੀ ਤੈਨੂੰ ਹੁਣ ਪੀੜਾ, ਬਿਰਖਾ ਦਾ ਰੋਗ ਮਾਰੀ ਜਾਂਦਾ। ਤੇ ਗੁਰੂ ਨਾਨਕ ਸਾਹਿਬ ਕਹਿੰਦੇ, ਹੁਣ ਤੈਨੂੰ ਵੈਦ ਜੀ ਮੈਂ ਕੀ ਦੱਸਾਂ ਤੁਹਾਨੂੰ? ਫਿਰ ਆਪਾਂ ਪਾਵਨ ਬਚਨ ਪੜ੍ਹਦੇ ਆ ਨਾ ਗੁਰੂ ਪਾਤਸ਼ਾਹ ਜੀ ਦਾ, ਕਹਿੰਦੇ ਵੈਦਾ ਵੈਦ ਸੁਵੈਦ ਤੂੰ, ਪਹਿਲਾਂ ਰੋਗ ਪਛਾਣ। ਵੀ ਤੈਨੂੰ ਚੰਗਾ ਵੈਦ ਤੇ ਅਸੀਂ ਤਾਂ ਜਾਣੀਏ ਜੇ ਤੂੰ ਸਾਡਾ ਪਹਿਲੋਂ ਰੋਗ ਸਮਝੇ। ਹੁਣ ਡਾਕਟਰ ਤੇ ਚੰਗਾ ਤਾਂ ਹੀ ਹੈ ਨਾ ਜੇ ਬਿਮਾਰੀ ਲੱਭੇਗਾ। ਬਿਮਾਰੀ ਲੱਭਣ ਤੋਂ ਬਾਅਦ ਇਹ ਨਹੀਂ ਵੀ ਹੁਣ ਆਖੇ ਵੀ ਜਾਓ ਭਾਈ ਆਪਾਂ ਬਿਮਾਰੀ ਦੱਸਦੀ, ਇਲਾਜ ਕਿਤੋਂ ਹੋਰ ਕਰਾ ਲਓ। ਡਾਕਟਰ ਸਿਆਣਾ ਤਾਂ ਬਿਮਾਰੀ ਲੱਭਣ ਤੋਂ ਬਾਅਦ ਵਿੱਚ ਰੋਗ ਦਾਰੂ ਦੋਵੇਂ ਬੁੱਝੇ। ਰੋਗ ਵੀ ਬੁੱਝ ਲਏ ਤੇ ਦਾਰੂ ਵੀ ਬੁੱਝ ਲਏ, ਦਵਾਈ ਵੀ ਬੁੱਝ ਲਏ ਵੀ ਇਹਨੂੰ ਦੇਣਾ ਕੀ ਚਾਹੀਦਾ ਹੈ। ਤਾਂ ਤੂੰ ਵੈਦ ਸੁਜਾਨ, ਫਿਰ ਤੂੰ ਸਿਆਣਾ ਵੈਦ ਹੈ। ਵੀ ਰੋਗ ਵੀ ਪਤਾ ਲੱਗ ਗਿਆ ਤੇ ਤੈਨੂੰ ਦਵਾਈ ਵੀ ਪਤਾ ਲੱਗ ਗਈ। ਜਿਹਨੂੰ ਰੋਗ ਦਾ ਪਤਾ ਕੋਈ ਨਹੀਂ, ਦਵਾਈ ਦੇ ਹੀ ਜਾਏ, ਉਹਨੂੰ ਕੌਣ ਆਖੇਗਾ ਸਿਆਣਾ ਵੈਦ? ਜਾਂ ਜਿਹਨੂੰ ਰੋਗ ਪਤਾ ਲੱਗ ਗਿਆ, ਦਵਾਈ ਦਾ ਪਤਾ ਹੀ ਨਾ ਲੱਗੇ ਵੀ ਇਹਨੂੰ ਦੇਣਾ ਕੀ ਹੈ, ਉਹਨੂੰ ਵੀ ਕੌਣ ਸਿਆਣਾ? ਸਿਆਣਾ ਤੇ ਤਾਂ ਹੀ ਹੈ ਨਾ ਜੇ ਦੋਵੇਂ ਚੀਜ਼ਾਂ ਬੁੱਝੇਗਾ। ਤੇ ਸਾਹਿਬ ਕਹਿੰਦੇ, ਅੱਜ ਗੁਰੂ ਰਾਮਦਾਸ ਕਹਿੰਦੇ, ਮੇਰੀ ਵੇਦਨ, ਜਿਹੜੀ ਮੇਰੀ ਪੀੜਾ ਨਾ, ਉਹ ਮੇਰੀ ਪੀੜਾ ਹਰ ਗੁਰ ਪੂਰਾ ਜਾਣੇ, ਮੇਰਾ ਗੁਰੂ ਜਾਣਦਾ। ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਪਾਵਨ ਬੋਲ ਹੈ। ਸਿਰ ਉੱਤੇ ਟੋਕਰਾ ਚੁੱਕਿਆ, ਮਿੱਟੀ ਢੋਣ ਵਾਲਾ, ਸਰੀਰ ਉੱਤੇ ਪਾਏ ਹੋਏ ਵਸਤਰ ਲਿਬੜੇ ਹੋਏ, ਜਿਹੜਾ ਸੁਭਾਵਿਕ ਜਿਹੀ ਗੱਲ ਹੈ। ਮਿੱਟੀ ਢੋ ਰਿਹਾ, ਚੁੱਕ ਕੇ ਸੁੱਟ ਰਿਹਾ, ਤੇ ਵਸਤਰਾਂ ਉੱਤੇ ਵੀ ਲੱਗੀ ਹੋਏਗੀ, ਮੈਲੇ ਹੋਣਗੇ।
ਉਹ ਸਾਰਾ ਵਿਹਾਰ ਕਰਦਿਆਂ ਦੇ ਉੱਤੇ ਰਿਸ਼ਤੇਦਾਰ ਸਾਕ ਸੰਬੰਧੀ ਆ ਗਏ ਗੁਰੂ ਅਮਰਦਾਸ ਪਾਤਸ਼ਾਹ ਕੋਲ। ਵੇਖਿਆ ਕਿ ਭਾਈ ਜੇਠਾ ਸਿਰ ਤੇ ਟੋਕਰੀ ਚੁੱਕ ਕੇ ਭੱਜਿਆ ਹੀ ਫਿਰਦਾ, ਦੌੜੇ ਹੀ ਫਿਰਦੇ। ਟੋਕਰੀ ਚੁੱਕੀ ਸਿਰ ਤੇ ਮਿੱਟੀ ਦੀ, ਖਾਲੀ ਕਰਕੇ ਫੇਰ ਆ ਜਾਂਦੇ। ਉਹਨਾਂ ਨੇ ਪੁੱਛਿਆ ਵੀ ਸੰਸਾਰਕ ਵਿਹਾਰ ਜਿਹੜਾ ਨਾ ਮੂੰਹ ਲਿਆਜ, ਤੂੰ ਜਵਾਈ ਐ ਇਸ ਘਰ ਦਾ, ਤੂੰ ਟੋਕਰੀ ਚੁੱਕੀ ਫਿਰਦਾ, ਇਹ ਭਲਾ ਥੋੜੀ ਤੇਰੇ ਵਾਸਤੇ। ਚੁੱਪ ਕਰ ਰਹੇ ਭਾਈ ਜੇਠਾ ਜੀ। ਉਹਨਾਂ ਨੇ ਇਹ ਕਿਹਾ ਹੋਣਾ ਵੀ ਚਲੋ ਤੁਸੀਂ ਗੁਰੂ ਸਾਹਿਬ ਦੇ ਦਰਸ਼ਨ ਕਰੋ, ਮੈਂ ਵੀ ਚੱਲ ਕੇ ਆਉਣਾ। ਉਹ ਗੁਰੂ ਸਾਹਿਬ ਦੇ ਦਰਸ਼ਨ ਕਰਨ ਚਲੇ। ਹੁਣ ਭਾਈ ਜੇਠਾ ਜੀ ਦੇ ਪਹੁੰਚਣ ਤੋਂ ਪਹਿਲਾਂ ਉਹ ਵੀ ਜਾਣਦੇ ਸੀ ਵੀ ਇਹਨਾਂ ਨੇ ਮੇਰੇ ਪਹੁੰਚਣ ਤੋਂ ਪਹਿਲਾਂ ਜੋ ਮੈਨੂੰ ਆਖਿਆ ਨਾ, ਇਹੀ ਜਾ ਕੇ ਨਾ ਗੁਰੂ ਅਮਰਦਾਸ ਨੂੰ ਕਹਿ ਦੇਣਾ। ਉਹ ਜਾ ਕੇ ਉੱਥੇ ਵੀ ਚਲੋ ਮੰਨਿਆ ਜੀ, ਭਾਈ ਜੇਠਾ ਤੇ ਅਜੇ ਨਿਆਣੀ ਮੱਤ ਦਾ ਪਾਤਰ ਹੈ, ਉਹਨੂੰ ਬਹੁਤੀ ਸਮਝ ਨਹੀਂ, ਉਹਨੂੰ ਬਹੁਤੀ ਸੂਝ ਨਹੀਂ। ਹੁਣ ਉਹਨਾਂ ਨੇ ਤੇ ਸੰਸਾਰਕ ਨਜ਼ਰੀਏ ਨਾਲ ਹੀ ਵੇਖਣਾ ਨਾ, ਉਹਨਾਂ ਨੂੰ ਕੀ ਪਤਾ ਵੀ ਭਾਈ ਜੇਠੇ ਦੇ ਅੰਦਰ ਕੀ ਚੱਲ ਰਿਹਾ। ਉਹ ਨਿਆਣਾ, ਉਹ ਇਸ ਗੱਲ ਤੋਂ ਅਣਜਾਣ ਨੇ ਵੀ ਜਿਹਨੂੰ ਅਸੀਂ ਅਣਜਾਣ ਕਹਿ ਰਹੇ ਹਾਂ ਨਾ, ਜਿਹਨੂੰ ਅਜੇ ਨਿਆਣੀ ਮੱਤ ਦਾ ਪਾਤਰ ਕਹਿ ਰਹੇ ਹਾਂ, ਉਹ ਇਸੇ ਘਰ ਦਾ ਮਾਲਕ ਹੈ ਤੇ ਉਹਦੇ ਕੋਲੋਂ ਲੋਕਾਂ ਨੇ ਆ ਕੇ ਮੱਤ ਮੰਗਣੀ ਹੈ, ਉਹਦੇ ਕੋਲੋਂ ਆ ਕੇ ਲੋਕਾਂ ਨੇ ਗਿਆਨ ਮੰਗਣਾ। ਉਹ ਆ ਕੇ ਕਹਿ ਰਹੇ, ਕਹਿੰਦੇ ਗੁਰੂ ਅਮਰਦਾਸ ਪਾਤਸ਼ਾਹ ਨੂੰ ਵੀ ਸਤਿਗੁਰੂ ਜੀਓ ਤੁਹਾਡੇ ਘਰ ਦਾ ਜਵਾਈ ਹੈ। ਉਹਦੀ ਹਾਲਤ ਵੇਖੋ, ਹਾਂ ਸਿਰ ਤੇ ਟੋਕਰਾ ਚੁੱਕੀ ਫਿਰਦਾ। ਉਹਨਾਂ ਨੂੰ ਪਤਾ ਸੀ ਵੀ ਉਹਨਾਂ ਨੇ ਕੁਝ ਨਾ ਕੁਝ ਤੇ ਮੇਰੇ ਜਾਣ ਤੋਂ ਪਹਿਲਾਂ ਗੁਰੂ ਪਾਤਸ਼ਾਹ ਨੂੰ ਆਖਣਾ। ਆਏ, ਆ ਕੇ ਗੁਰੂ ਸਾਹਿਬ ਦੇ ਅੱਗੇ ਨਮਸਕਾਰ ਕੀਤੀ ਤੇ ਨਮਸਕਾਰ ਕਰਕੇ ਕੁਝ ਆਖਦੇ ਪਹਿਲੋਂ ਹੱਥ ਜੋੜ ਕੇ ਮਾਫੀ ਮੰਗਦੇ ਵੀ ਸਤਿਗੁਰੂ ਜੀਓ ਇਹਨਾਂ ਨੇ ਆਪਣੀ ਰਸਨਾ ਤੋਂ ਜੋ ਵੀ ਆਖਿਆ ਉਹਦੇ ਲਈ ਮੁਆਫੀ ਮੈਂ ਮੰਗਦਾ, ਕਿਉਂਕਿ ਆਪਣੇ ਵਿਚਲੇ ਪ੍ਰੇਮ ਨੂੰ, ਆਪਣੇ ਵਿਚਲੇ ਪਿਆਰ ਨੂੰ ਇਹ ਕਦੇ ਵੀ ਸਮਝ ਨਹੀਂ ਸਕਦੇ। ਮੈਂ ਜਵਾਈ ਬਣ ਕੇ ਨਹੀਂ, ਮੈਂ ਸਿੱਖ ਬਣ ਕੇ ਸੇਵਾ ਕਮਾ ਰਿਹਾ। ਤੁਸੀਂ ਟੋਕਰਾ ਚੁੱਕਣ ਨੂੰ ਨਹੀਂ ਕਿਹਾ, ਟੋਕਰਾ ਮੈਂ ਆਪਣੀ ਮਰਜ਼ੀ ਨਾਲ ਚੁੱਕਿਆ। ਤੁਸੀਂ ਮਿੱਟੀ ਢੋਣ ਨੂੰ ਨਹੀਂ ਆਖਿਆ, ਮੈਂ ਆਪਣੀ ਮਰਜ਼ੀ ਨਾਲ ਲੱਗਾ। ਮੈਂ ਇੱਕ ਰਿਸ਼ਤੇਦਾਰ ਸਾਕ ਸੰਬੰਧੀ ਬਣ ਕੇ ਨਹੀਂ, ਮੈਂ ਇੱਕ ਸੇਵਕ ਬਣ ਕੇ, ਇੱਕ ਸਿੱਖ ਬਣ ਕੇ ਤੁਹਾਡੀ ਸੇਵਾ ਨੂੰ ਕਮਾ ਰਿਹਾ। ਤੇ ਮੇਰੀ ਬੇਦਨ ਜਾਣਦਾ ਕੌਣ? ਹੁਣ ਗੁਰੂ ਅਮਰਦਾਸ ਪਾਤਸ਼ਾਹ ਹੀ ਜਾਣਦੇ ਨਾ। ਉਸ ਵਕਤ ਜਿਹੜੀ ਅਵਸਥਾ, ਜਿਹੜੀ ਵੇਦਨ ਭਾਈ ਜੇਠਾ ਜੀ ਦੀ ਹੈ, ਉਸ ਵੇਦਨ ਨੂੰ ਗੁਰੂ ਅਮਰਦਾਸ ਸਾਹਿਬ ਜਾਣਦੇ। ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ, ਮੇਰਾ ਪਰਮੇਸ਼ਵਰ ਮੇਰੀ ਵੇਦਨ ਨੂੰ, ਮੇਰੀ ਪੀੜਾ ਨੂੰ ਜਾਣਦਾ ਹੈ ਤੇ ਉਹ ਇਸ ਗੱਲ ਨੂੰ ਵੀ ਸਮਝਦੇ ਨੇ ਮੇਰੀ ਪੀੜਾ ਕੀ ਹੈ। ਹਉ ਰਹਿ ਨਾ ਸਕਾਂ ਬਿਨ ਨਾਮ ਵਖਾਣਾ, ਇਦੋਂ ਬਿਨਾ ਮੈਂ ਰਹਿ ਨਹੀਂ ਸਕਦਾ। ਇੱਕ ਪਰਮੇਸ਼ਵਰ ਦੇ ਨਾਮ ਨੂੰ ਵਖਿਆਨਣ ਤੋਂ ਬਿਨਾ, ਭਾਵ ਉਹਨੂੰ ਅਰਾਧਨ ਤੋਂ ਬਿਨਾ, ਉਹਨੂੰ ਚੇਤੇ ਕਰਨ ਤੋਂ ਬਿਨਾ ਹਉ ਰਹਿ ਨਾ ਸਕਾਂ ਬਿਨ ਨਾਮ ਵਖਾਣੇ, ਨਾਮ ਨੂੰ ਵਖਾਣਨ ਤੋਂ ਬਿਨਾ। ਜਿਹਨੂੰ ਆਪਾਂ ਸਾਹਿਬ ਜੀ ਕੀ ਬਾਣੀ 'ਚ ਇਸ ਤਰ੍ਹਾਂ ਵੀ ਪੜ੍ਹਦੇ ਹਾਂ, ਮਾਲਕ ਜੀ ਉੱਥੇ ਜ਼ਿਕਰ ਕਰਦੇ ਆ, ਆਖਦੇ ਕਹਿੰਦੇ ਹਉ ਰਹਿ ਨਾ ਸਕਾਂ ਬਿਨ ਦੇਖੇ ਮੇਰੇ ਪ੍ਰੀਤਮਾ, ਮੈਂ ਨੀਰ ਵਖੇ ਵੈ ਚੱਲੇ ਜੀਓ। ਜਿਹੜੀ ਅੰਦਰ ਲਾਲਸਾ ਹੈ, ਜਿਹੜੀ ਇੱਕ ਵੇਦਨ ਹੈ, ਜਿਵੇਂ ਇੱਕ ਥਾਂ ਉੱਤੇ ਨਾ ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਜਦੋਂ ਰੱਬੀ ਪਿਆਰ ਦੀ ਗੱਲ ਕੀਤੀ ਨਾ, ਰੱਬੀ ਪ੍ਰੇਮ ਦੀ ਗੱਲ ਕੀਤੀ, ਤੇ ਉਹਨਾਂ ਨੇ ਇੱਕ ਨਾ ਅਮਲੀ ਦਾ ਜ਼ਿਕਰ ਕੀਤਾ। ਅਮਲੀ ਮਤਲਬ ਜਿਹੜਾ ਅਮਲ ਆਪਣੇ ਸਰੀਰ ਨੂੰ ਲਾ ਚੁੱਕਾ, ਉਹ ਇੰਨਾ ਕੁ ਲੱਗ ਚੁੱਕਾ ਵੀ ਹੁਣ ਉਦੋਂ ਬਿਨਾ
ਗੁਜ਼ਾਰਾ ਨਹੀਂ। ਇੱਕ ਅਮਲੀ ਅਮਲ ਤੱਕ ਪਹੁੰਚ ਚੁੱਕਾ, ਅਮਲ ਉਹਦੇ ਸਰੀਰ ਨੂੰ ਲੱਗ ਚੁੱਕਾ। ਹੁਣ ਉਹਦੀ ਹਾਲਤ ਹੈ ਵੀ ਜੇ ਤੇ ਅਮਲ ਮਿਲ ਜਾਏ ਤੇ ਉਹਦਾ ਦਿਨ ਲੰਘ ਜਾਂਦਾ, ਤੇ ਜੇ ਨਾ ਮਿਲੇ ਫਿਰ ਉੱਠਣੋਂ ਵੀ ਆਦਤ ਹੋ ਜਾਂਦਾ। ਤੁਰਨਾ ਤੇ ਬੜੀ ਦੂਰ ਦੀ ਗੱਲ, ਬੈੱਡ ਤੋਂ ਉੱਠਣਾ, ਮੰਜੇ ਤੋਂ ਉੱਠਣੋਂ ਵੀ ਆਦਤ ਹੋ ਜਾਂਦੀ। ਹੁਣ ਮੇਰੀਆਂ ਲੱਤਾਂ 'ਚ ਜ਼ੋਰ ਹੈ ਨਹੀਂ ਭਾਈ, ਜਾਂ ਤੇ ਪਹਿਲੋਂ ਮੇਰੀ ਖੁਰਾਕ ਦਿਓ ਜਿਹੜੀ ਖਾ ਕੇ ਮੇਰਾ ਗੁਜ਼ਾਰਾ ਹੋਣਾ। ਸਾਹਿਬ ਜੀ ਨੇ ਉਹ ਉਦਾਹਰਣ ਦਿੰਦੇ ਆ, ਨਾਲ ਪੱਖ ਰੱਖਿਆ ਅਕਾਲ ਪੁਰਖ ਪਰਮੇਸ਼ਵਰ ਦੇ ਪ੍ਰੇਮ ਦਾ, ਵੀ ਹੁਣ ਜਿਹੜੀ ਮੇਰੀ ਹਾਲਤ ਹੈ ਨਾ, ਉਸ ਅਮਲੀ ਵਰਗੀ ਬਣ ਚੁੱਕੀ ਵੀ ਜੇ ਉਹਨੂੰ ਅਮਲ ਮਿਲ ਜਾਏ ਤੇ ਉਹ ਤੁਰ ਪੈਂਦਾ, ਜੇ ਮੈਨੂੰ ਰੱਬੀ ਪਿਆਰ ਮਿਲ ਜਾਏ, ਦਰਸ਼ਨ ਮਿਲ ਜਾਂਦੇ ਤੇ ਮੈਂ ਉੱਠ ਪੈਣਾ, ਤੇ ਜੇ ਨਾ ਮਿਲੇ ਫਿਰ ਹਉ ਰਹਿ ਨਾ ਸਕਾਂ। ਫਿਰ ਮੇਰੀ ਹਾਲਤ ਵੀ ਉਹਦੇ ਵਰਗੀ ਹੈ, ਜਿਵੇਂ ਉਹ ਨਹੀਂ ਰਹਿ ਸਕਦਾ, ਉਹ ਤੜਫਦਾ, ਉਹ ਵਿਲਕਦਾ, ਉਹ ਕਈ ਤਰ੍ਹਾਂ ਦੇ ਯਤਨ ਕਰਦਾ ਆਪਣੇ ਉਸ ਅਮਲ ਦੇ ਲਈ, ਆਪਣੇ ਅਮਲ ਨੂੰ ਪੂਰਿਆਂ ਕਰਨ ਵਾਸਤੇ ਕਈ ਤਰੀਕੇ ਤੇ ਢੰਗ ਵਰਤਦਾ। ਕਹਿੰਦੇ ਜਦੋਂ ਰੱਬੀ ਪ੍ਰੇਮ ਦੀ ਤਾਂਘ ਲੱਗਦੀ ਨਾ, ਫਿਰ ਰੱਬੀ ਪਿਆਰਾ ਵੀ ਕਈ ਤਰ੍ਹਾਂ ਦੇ ਢੰਗ ਤੇ ਤਰੀਕੇ ਵਰਤਦਾ, ਕਿਸੇ ਢੰਗ ਨਾਲ ਉਹ ਪਰਮੇਸ਼ਵਰ ਜੀ ਦੀ ਬੰਦਗੀ ਤੇ ਨਾਮ ਨਾਲ ਜੁੜ ਸਕਾਂ, ਉਹਦੇ ਨਾਲ ਪ੍ਰੇਮ ਬਣ ਜਾਏ। ਫਿਰ ਕਹਿੰਦੇ ਮੈਂ ਔਖਦ ਮੰਤਰ ਦੀਜੈ ਗੁਰ ਪੂਰੇ, ਮੇਰੀ ਝੋਲੀ ਵਿੱਚ ਪੂਰੇ ਗੁਰੂ ਨੇ ਮੈਨੂੰ ਔਖਦ, ਜਿਹੜੀ ਪੀੜਾ ਸੀ ਨਾ ਮੇਰੇ ਅੰਦਰ, ਉਹ ਸਮਝੀ ਮੇਰੇ ਵੈਦ ਗੁਰੂ ਨੇ। ਜਦੋਂ ਗੁਰੂ ਰੂਪੀ ਵੈਦ ਨੇ, ਗੁਰੂ ਨੇ ਮੇਰੀ ਉਸ ਵੇਦਨ ਨੂੰ, ਉਸ ਪੀੜਾ ਨੂੰ ਸਮਝ ਲਿਆ, ਉਹ ਪੀੜਾ ਸਮਝ ਕੇ ਹੁਣ ਮੈਨੂੰ ਔਖਦ ਦਿੱਤੀ, ਦਵਾਈ ਦਿੱਤੀ। ਤੇ ਦਵਾਈ ਰੂਪ ਵਜੋਂ ਕੀ ਦਿੱਤਾ? ਮੰਤਰ ਦੀਜੈ ਗੁਰ ਪੂਰੇ, ਮੈਂ ਹਰ ਹਰ ਨਾਮ ਉਧਰੀਐ ਜੀਓ। ਉਹਨਾਂ ਨੇ ਰੱਬੀ ਯਾਦ, ਰੱਬੀ ਚਿੰਤਨ ਰੂਪੀ ਮੰਤਰ ਮੇਰੀ ਝੋਲੀ ਵਿੱਚ ਪਾਇਆ, ਜਿਹਨੂੰ ਹੁਣ ਜਪਦਿਆਂ ਮੇਰੇ ਅੰਦਰਲੀ ਪੀੜਾ ਨੂੰ ਸਕੂਨ ਮਿਲਦਾ ਹੈ। ਇੱਕ ਇੱਕ ਲਫ਼ਜ਼, ਇੱਕ ਇੱਕ ਸਵਾਸ ਨਾਲ ਜਦੋਂ ਹੁਣ ਉਹ ਮੰਤਰ ਜਿਹੜਾ ਗੁਰੂ ਨੇ ਦਿੱਤਾ, ਮੰਤਰ ਤੋਂ ਭਾਵ ਰੱਬੀ ਸਿਮਰਨ, ਰੱਬੀ ਚਿੰਤਨ ਜਿਹੜਾ ਗੁਰੂ ਨੇ ਦਿੱਤਾ, ਹੁਣ ਜਿਵੇਂ ਜਿਵੇਂ ਉਹ ਚਿੰਤਨ ਮੈਂ ਕਰਦਾ ਆ, ਉਵੇਂ ਉਵੇਂ ਮੇਰੇ ਹਿਰਦੇ ਦੀ ਵੇਦਨ ਨੂੰ ਸਕੂਨ ਮਿਲਦਾ, ਉਵੇਂ ਜਿਵੇਂ ਹਿਰਦੇ ਨੂੰ ਤਰਵਾਸ, ਜਿਵੇਂ ਜਿਵੇਂ ਰੋਗ ਕੱਟਿਆ ਜਾਂਦਾ, ਤਿਵੇਂ ਤਿਵੇਂ ਜੀਵ ਖੁਸ਼ ਹੋਈ ਜਾਂਦਾ, ਪ੍ਰਸੰਨ ਹੋਈ ਜਾਂਦਾ, ਸਰੀਰ ਵੀ ਜਿਹੜਾ ਉਹਦੀ ਨੁਹਾਰ ਵੀ ਬਦਲਦੀ ਜਾਂਦੀ। ਇਸੇ ਤਰ੍ਹਾਂ ਕਹਿੰਦੇ ਜਿਵੇਂ ਜਿਵੇਂ ਮੇਰੇ ਹਿਰਦੇ ਦੀ ਵੇਦਨ ਦਾ ਇਲਾਜ ਹੁੰਦਾ ਜਾਂਦਾ ਨਾ, ਵੀ ਗੁਰੂ ਨੇ ਹੁਣ ਦਵਾ ਦੇਤੀ, ਵੈਦ ਨੇ ਦਵਾਈ ਦੇਤੀ, ਉਹ ਕਹਿੰਦੇ ਖਾਈ ਚੱਲ। ਹੁਣ ਜਿਵੇਂ ਜਿਵੇਂ ਮੈਂ ਉਹਨੂੰ ਖਾਣਾ ਸ਼ੁਰੂ ਕੀਤਾ, ਪਰਹੇਜ਼ ਰੱਖ ਕੇ, ਉਵੇਂ ਉਵੇਂ ਮੈਨੂੰ ਨਿਤਾ ਪ੍ਰਤੀ ਤੰਦਰੁਸਤੀ ਮਿਲ ਰਹੀ ਤੇ ਹਿਰਦੇ ਦੀ ਪੀੜਾ ਤੋਂ ਮੈਨੂੰ ਸਕੂਨ ਮਿਲ ਰਿਹਾ। ਜਦੋਂ ਕਿਤੇ ਪੀੜਾ ਹੋਣ ਲੱਗਦੀ, ਮੈਂ ਫਿਰ ਉਸੇ ਤਰ੍ਹਾਂ ਉਹ ਡੋਜ਼ ਜਿਹੜੀ ਮੇਰੇ ਵੈਦ ਨੇ, ਗੁਰੂ ਨੇ ਮੇਰੀ ਝੋਲੀ 'ਚ ਪਾਈ, ਮੈਂ ਉਹਨੂੰ ਦੁਬਾਰਾ ਚੱਖ ਲੈਣਾ, ਦੁਬਾਰਾ ਲੈ ਲੈਣਾ, ਤਾਂ ਜੋ ਉਹ ਹਿਰਦੇ ਦੀ ਪੀੜਾ ਤੋਂ ਮੈਨੂੰ ਸਕੂਨ ਮਿਲ ਸਕੇ। ਹਮ ਚਾਤ੍ਰਿਕ ਦੀਨ ਸਤਿਗੁਰ ਸਰਣਾਈ, ਹਰ ਹਰ ਨਾਮ ਬੂੰਦ ਮੁਖ ਪਾਈ। ਹਰ ਜਲ ਨਿਧ ਹਮ ਜਲ ਕੇ ਮੀਨੇ, ਜਨ ਨਾਨਕ ਜਲ ਬਿਨ ਮਰੀਐ ਜਿਉ। ਅੱਜ ਇੱਕ ਰੱਬੀ ਪਿਆਰੇ ਦੀ ਅਵਸਥਾ, ਜ਼ੁਬਾਨ ਤੋਂ ਕਹਿਣਾ ਬਹੁਤ ਸੌਖਾ ਹੈ ਕਿ ਮੈਂ ਪਰਮੇਸ਼ਵਰ ਤੋਂ ਬਿਨਾਂ ਮਰ ਜਾਵਾਂਗਾ, ਬੜਾ ਸੌਖਾ ਹੈ, ਪਰ ਉਹ ਜੀਵਨ ਦੇ ਵਿੱਚ ਆਉਣਾ ਬੜਾ ਕਠਿਨ ਹੈ। ਰੱਬ ਤੋਂ ਬਿਨਾਂ ਮਰ ਜਾਣਾ, ਇਸ ਚੀਜ਼ ਨੂੰ ਜ਼ਿੰਦਗੀ 'ਚ ਕਮਾਉਣਾ ਬੜਾ ਔਖਾ ਹੈ। ਪਾਣੀ ਨਾ ਮਿਲੇ ਸਾਨੂੰ ਮੌਤ ਦਿਸਦੀ, ਭੋਜਨ ਨਾ ਮਿਲੇ ਸਾਨੂੰ ਮੌਤ ਦੀਂਦੀ, ਜਿਹੜੀ ਰੋਜ਼ ਕਿਤੇ ਕੋਈ ਵਸਤੂ ਪਦਾਰਥ ਜਿਹਦੀ ਰੂਟੀਨ ਵਿੱਚ ਆਦਤ ਹੈ, ਉਹ ਨਾ ਮਿਲੇ ਤੇ ਸਾਨੂੰ ਸਾਡੀ ਮੌਤ ਦਿਸਦੀ ਹੈ।
ਤੇ ਕੋਈ ਕਹਿ ਦੇਵੇ ਭੋਜਨ ਤੋਂ ਬਿਨਾ ਰਹਿ, ਜਿਉਂ ਕੇ ਵਿਖਾ, ਤੇ ਆਪਾਂ ਸਾਰੀ ਦਿਨ ਹੱਡ ਭੰਨਣਾ ਰੋਟੀ ਵਾਸਤੇ ਹੀ ਕਰ ਰਹੇ ਹਾਂ। ਜੇ ਮੈਂ ਇਹੀ ਨਹੀਂ ਖਾਣੀ ਤੇ ਫਾਇਦਾ ਕੀ? ਹੁਣ ਮੈਂ ਰੋਟੀ ਤੋਂ ਬਿਨਾ ਪਾਣੀ ਤੋਂ ਬਿਨਾ ਰਹਿ ਨਹੀਂ ਸਕਦਾ, ਇਹ ਦੱਸਣਾ ਪਿਆ ਕਿਸੇ ਨੂੰ? ਬੋਲ ਕੇ ਕਿਸੇ ਨੂੰ ਨਹੀਂ ਦੱਸਣਾ ਪਿਆ ਵੀ ਮੈਨੂੰ ਭੋਜਨ ਨਾ ਮਿਲੇ ਮੈਂ ਮਰ ਜਾਵਾਂਗਾ, ਮੈਨੂੰ ਪਾਣੀ ਨਾ ਮਿਲੇ ਮੈਂ ਮਰ ਜਾਣਾ। ਉਹ ਸਾਡੇ ਹਾਵ ਭਾਵ, ਸਾਡੀ ਹਰਕਤ ਤੇ ਸਾਡੀ ਹਾਲਤ ਨੇ ਦੱਸਤਾ ਵੀ ਰੋਟੀ ਤੋਂ ਬਿਨਾ ਆਹ ਹਾਲ ਹੈ ਇਹਦਾ। ਪਰ ਸਾਨੂੰ ਬੋਲ ਬੋਲ ਕੇ ਦੱਸਣਾ ਪਿਆ ਵੀ ਰੱਬ ਤੋਂ ਬਿਨਾ ਮੈਂ ਮਰ ਜਾਵਾਂਗਾ। ਕਾਰਨ ਮਰਨ ਪਰਵਾਹ ਹੀ ਕੋਈ ਨਹੀਂ। ਜਿਹੜੀ ਚੀਜ਼ ਨਾਲ ਕੋਈ ਇਫੈਕਟ ਨਾ ਪਵੇ ਉਹ ਬੋਲ ਕੇ ਦੱਸਣਾ ਪੈਂਦਾ ਵੀ ਲੋਕਾਂ ਨੂੰ ਵਿਸ਼ਵਾਸ ਹੋ ਜੇ। ਜਿਹੜੀ ਚੀਜ਼ ਨਾਲ ਇਫੈਕਟ ਪੈਂਦਾ ਦੱਸਣਾ ਨਹੀਂ ਪੈਂਦਾ, ਉਹ ਤੇ ਪ੍ਰਭਾਵ ਤੋਂ ਹੀ ਪਤਾ ਲੱਗ ਜਾਂਦਾ। ਹੁਣ ਕੋਈ ਬੰਦਾ ਪਿਆਸਾ ਹੋਵੇ, ਉਹ ਪਿਆਸ ਨਾਲ ਤੜਫਦਾ ਹੋਵੇ ਤੇ ਉਹਨੂੰ ਦੱਸਣਾ ਥੋੜੀ ਪੈਣਾ ਵੀ ਮੈਂ ਮਰ ਜਾਣਾ, ਉਹ ਪਾਣੀ ਦੇ ਦਿਓ। ਉਹਨੂੰ ਸਾਰੇ ਵੇਖਣ ਵਾਲੇ ਵੀ ਕਹਿ ਦੇਣਾ, ਪੁੱਛਣਗੇ ਵੀ ਤੇਰੇ ਤੜਫਣ ਦਾ ਕਾਰਨ ਕੀ? ਉਹਦੀ ਹਾਲਤ ਵੇਖ ਕੇ ਪੁੱਛਣਗੇ ਉਹਨੂੰ ਵੀ ਤੂੰ ਤੜਫ ਰਿਹਾ, ਤੂੰ ਵਿਲਕ ਰਿਹਾ, ਕੀ ਕਾਰਨ ਹੈ? ਫਿਰ ਉਹ ਬੰਦਾ ਆਖੇ ਵੀ ਮੈਨੂੰ ਪਾਣੀ ਪਿਆਓ ਭਾਈ, ਨਹੀਂ ਪਾਣੀ ਤੋਂ ਬਿਨਾ ਗੁਜ਼ਾਰਾ ਨਹੀਂ। ਉਹਨਾਂ ਨੇ ਲਿਆ ਕੇ, ਹੁਣ ਉਹਨੇ ਵੇਖ ਕੇ ਥੋੜੀ ਤੜਫਣਾ ਸ਼ੁਰੂ ਕੀਤਾ ਸੀ। ਰੱਬ ਵਾਲੇ ਪਾਸੇ ਆ ਕੁਝ ਚੱਲਦਾ। ਜਦੋਂ ਚਾਰ ਲੋਕ ਵੇਖ ਲਏ ਉਦੋਂ ਤੜਫਣ ਲੱਗ ਗਏ, ਜਦੋਂ ਉੱਠ ਕੇ ਚਲੇ ਗਏ ਉਦੋਂ ਫੇਰ ਉਤਾਂ ਦੇ। ਮਤਲਬ ਧਰਮ ਦੀ ਦੁਨੀਆ 'ਚ ਵਿਖਾਵਾ ਜ਼ਿਆਦਾ ਹੈ। ਦੱਸਣਾ ਪਿਆ ਬੋਲ ਕੇ ਵੀ ਮੈਂ ਰੱਬ ਤੋਂ ਬਿਨਾ ਰਹਿ ਨਹੀਂ ਸਕਦਾ। ਹਾਲਾਤ ਤੇ ਸਿਚੁਏਸ਼ਨ ਨਹੀਂ ਬਣੀ, ਦੱਸਣਾ ਪੈ ਗਿਆ ਕਿ ਲੋਕਾਂ ਨੂੰ ਯਕੀਨ ਹੋ ਜੇ। ਜਿਵੇਂ ਇੱਥੇ ਹੁਣ ਸਤਿਗੁਰੂ ਨੇ ਚਾਤਰਿਕ ਦੀ ਉਦਾਹਰਣ ਦਿੱਤੀ, ਬਬੀਹੇ ਦੀ ਉਦਾਹਰਣ ਦਿੱਤੀ। ਹੁਣ ਬਬੀਹਾ ਇੱਕ ਐਸਾ ਪੰਛੀ ਹੈ, ਉਹਨੂੰ ਦੱਸਣਾ ਨਹੀਂ ਪਿਆ ਵੀ ਮੈਂ ਵਰਖਾ ਤੋਂ ਬਿਨਾ ਮਰ ਜਾਣਾ, ਉਹ ਮਰ ਹੀ ਗਿਆ। ਪਾਣੀ ਤੋਂ ਬਿਨਾ, ਸਵੰਤੀ ਬੂੰਦ ਤੋਂ ਬਿਨਾ ਮੈਂ ਰਹਿ ਨਹੀਂ ਸਕਦਾ, ਉਹਨੂੰ ਦੱਸਣਾ ਥੋੜੀ ਪਿਆ। ਲੋਕਾਂ ਨੇ ਵੇਖਿਆ ਵੀ ਪਾਣੀ ਇੰਨਾ ਪਰ ਇਹ ਪਿਆਸਾ ਮਰ ਗਿਆ, ਕਿਉਂ? ਫਿਰ ਨਤੀਜਾ ਕੱਢਿਆ ਵੀ ਕਾਰਨ ਕੀ? ਫਿਰ ਪਤਾ ਲੱਗਾ ਵੀ ਇਹ ਤੇ ਵਰਖਾ ਉਡੀਕਦਾ ਸੀ, ਉਹ ਤੋਂ ਬਿਨਾਂ ਰਹਿ ਨਹੀਂ ਸੀ ਸਕਦਾ। ਉਹਨੂੰ ਦੱਸਣਾ ਥੋੜੀ ਪਿਆ। ਉਹਦੀ ਹਾਲਾਤ, ਉਹਦੀ ਸਿਚੁਏਸ਼ਨ ਨੇ ਦੱਸਤਾ ਵੀ ਆਹ ਕਾਰਨ ਹੈ। ਮਾਲਕ ਕਹਿੰਦੇ ਮੇਰੀ ਹਾਲਤ ਚਾਤਰਿਕ ਵਰਗੀ ਹੈ। ਬਚਨ ਵਰਤੇ, ਕਹਿੰਦੇ ਹਮ ਚਾਤਰਿਕ। ਹੁਣ ਅਕਸਰ ਆਪ ਜੀ ਅੱਗੇ ਬੇਨਤੀ ਕਰੀ ਦੀ, ਚਾਤਰਿਕ ਬਬੀਹੇ ਨੂੰ ਕਹਿੰਦੇ। ਤੇ ਬਬੀਹੇ ਦੀ ਬਣਤਰ ਐਸੀ ਹੈ ਵੀ ਉਹ ਸਿਵਾਏ ਵਰਖਾ ਦੀਆਂ ਬੂੰਦਾਂ ਤੋਂ ਆਪਣੀ ਪਿਆਸ ਨਹੀਂ ਬੁਝਾ ਸਕਦਾ। ਉਹਨੂੰ ਜਦੋਂ ਪਿਆਸ ਲੱਗੇਗੀ ਉਹਨੇ ਵਰਖਾ ਦੀਆਂ ਬੂੰਦਾਂ ਵਾਸਤੇ ਕੁਰਲਾਉਣਾ ਹੈ। ਉਹਦੇ ਕੋਲ ਲੱਖ ਸਮੁੰਦਰ ਹੋਵੇ, ਲੱਖ ਪਾਣੀ ਦਾ ਦਰਿਆ ਵਹਿੰਦਾ ਹੋਵੇ, ਲੱਖ ਨਦੀ ਦੇ ਕਿਨਾਰੇ ਤੇ ਬੈਠਾ ਹੋਵੇ, ਉਸ ਪਾਣੀ ਨਾਲ ਉਹਦੀ ਪਿਆਸ ਨਹੀਂ ਬੁੱਝ ਸਕਦੀ, ਉਹ ਜਿੰਨਾ ਮਰਜ਼ੀ ਯਤਨ ਕਰ ਲੈ। ਕਾਰਨ ਕਿਉਂਕਿ ਉਹ ਪਾਣੀ ਜਿਹੜਾ ਉਹਦੇ ਕੋਲ ਹੈ ਉਹ ਕਦੇ ਵੀ ਉਹਦੇ ਅੰਦਰ ਤੱਕ ਗਲੇ ਤੋਂ ਹੇਠਾਂ ਨਹੀਂ ਪਹੁੰਚਦਾ, ਜਿਸ ਕਰਕੇ ਉਹਦੀ ਪਿਆਸ ਨਹੀਂ ਬੁੱਝਦੀ। ਉਹਦਾ ਕਾਰਨ ਜਿਹੜੇ ਭਲੇ ਪੁਰਸ਼ ਨੇ ਉਹਨਾਂ ਨੇ ਜਦੋਂ ਬਬੀਹੇ ਦੀ ਬਣਤਰ ਦਾ ਜ਼ਿਕਰ ਕੀਤਾ ਨਾ, ਵੀ ਉਹਦੀ ਚੁੰਝ ਅੰਦਰ ਇੱਕ ਸੁਰਾਖ ਹੈ ਕਿ ਜਦੋਂ ਉਹ ਪਾਣੀ ਪੀਂਦਾ ਉਹ ਸੁਰਾਖ ਰਾਹੀਂ ਪਾਣੀ ਬਾਹਰ ਆ ਜਾਂਦਾ। ਇਸ ਲਈ ਉਹ ਵਰਖਾ ਦੀਆਂ ਬੂੰਦਾਂ ਵਾਸਤੇ ਤੜਫਦਾ ਹੈ, ਆਪਣਾ ਮੂੰਹ ਉੱਪਰ ਨੂੰ ਖੋਲ ਕੇ ਵੀ ਉਹ ਵਰਖਾ ਦੀਆਂ ਬੂੰਦਾਂ ਸਿੱਧੀਆਂ ਮੇਰੇ ਗਲੇ ਵਿੱਚ ਉਤਰਨ, ਜਿਹਦੇ ਨਾਲ ਮੇਰੀ ਪਿਆਸ ਬੁੱਝੇ। ਹੁਣ ਉਹਨੂੰ ਦੱਸਣਾ ਨਹੀਂ ਪਿਆ, ਉਹਦੀ ਤੜਫਣਾ ਨੇ ਸਭ ਕੁਝ ਸਾਫ਼ ਕਰਤਾ। ਤੇ ਬਾਪੂ ਜੀ ਨੇ ਬਾਣੀ 'ਚ ਬਬੀਹੇ ਦਾ ਜ਼ਿਕਰ ਬੜਾ ਕੀਤਾ। ਅਕਸਰ ਆਪ ਦੀਆਂ ਰਸਨਾਵਾਂ ਤੇ ਪਾਵਨ ਬਚਨ ਰਹਿੰਦੇ, ਜਿਹਨੂੰ ਆਪਾਂ ਪੜ੍ਹਦੇ ਆ
ਬਾਬੀਖਾ ਅੰਮ੍ਰਿਤ ਵੇਲੇ ਬੋਲਿਆ, ਤਾਂ ਦਰ ਸੁਣੀ ਪੁਕਾਰ, ਮੇਘੇ ਨੋ ਫਰਮਾਨ ਹੋਆ ਵਰਸੋ ਕਿਰਪਾ ਤਾਰ। ਉਹਦੀ ਅਰਜ਼ ਸੁਣ ਕੇ ਬੱਦਲਾਂ ਨੂੰ ਹੁਕਮ ਹੋਇਆ, ਇਹਨੇ ਤੜਫਦੇ ਨੇ ਮਰ ਜਾਣਾ, ਮੀਂਹ ਪਾਓ। ਜੇ ਉਹਦੀ ਅਰਜ਼ ਸੁਣ ਕੇ ਬੱਦਲ ਮੀਂਹ ਪਾ ਸਕਦੇ ਨੇ, ਕਿ ਸਾਡੀ ਅਰਜ਼ ਸੁਣ ਕੇ ਪਰਮੇਸ਼ਵਰ ਰਹਿਮਤ ਦਾ ਮੀਂਹ ਨਹੀਂ ਪਾਏਗਾ? ਪਰ ਚਾਤਰਿਕ ਬਣ ਕੇ ਅਰਜ਼ ਕਰਾਂਗੇ ਤੇ ਮੀਂਹ ਪਏਗਾ ਨਾ। ਅਸੀਂ ਨਾਲ ਇਹ ਵੀ ਗਏ, ਰੱਬ ਜੀ ਸਾਨੂੰ ਵਰਖਾ ਦੀ ਲੋੜ ਹੈ, ਪਰ ਨਾਲ ਇਹ ਵੀ ਨਹੀਂ ਪਾਏਗਾ ਤੇ ਸਾਡੇ ਕੋਲ ਹੋਰ ਪਾਣੀ ਵਾਧੂ। ਅਸੀਂ ਇਦਾਂ ਦੇ ਆ। ਚਾਤਰਿਕ ਦੀ ਅਰਜ਼ ਸੀ, ਰੱਬਾ ਵਰਖਾ ਦੀ ਲੋੜ ਹੈ, ਉਦੋਂ ਬਿਨਾ ਮੈਂ ਮਰ ਜਾਣਾ, ਮੇਰੇ ਕੋਲ ਪਾਣੀ ਹੈ ਬਹੁਤ, ਪਰ ਮੇਰੀ ਪਿਆਸ ਨਹੀਂ ਬੁੱਝਣੀ। ਉਹਦੀ ਅਰਜ਼ ਪ੍ਰਵਾਨੀ ਗਈ। ਅਸੀਂ ਅਰਜ਼ ਕੀਤੀ, ਰੱਬਾ ਵਰਖਾ ਦੀ ਲੋੜ ਹੈ, ਰੱਬ ਕੋਲ ਅਰਜ਼ ਪਹੁੰਚੀ, ਪਰ ਨਾਲ ਇਹ ਵੀ ਕਹਿਤਾ, ਤੂੰ ਵਰਖਾ ਪਾ ਦੇਂਗਾ ਤੇ ਠੀਕ, ਨਹੀਂ ਤੇ ਪਿਆਸ ਬੁਝਾਉਣ ਲਈ ਸਾਡੇ ਕੋਲ ਪਾਣੀ ਤੇ ਵਾਧੂ, ਅਸੀਂ ਜਿੰਨਾ ਮਰਜ਼ੀ ਪੀ ਲਈਏ। ਬਸ ਸ਼ਾਇਦ ਇਹੋ ਕਾਰਨ ਹੈ ਵੀ ਅਸੀਂ ਉਹਦੀ ਬਖਸ਼ਿਸ਼ ਤੋਂ ਸਖਣੇ ਰਹਿ ਜਾਂਦੇ। ਸਾਹਿਬ ਨੇ ਇਸ ਲਈ ਆਖਿਆ, ਕਹਿੰਦੇ ਹਮ ਚਾਤਰਿਕ, ਕਹਿੰਦੇ ਹਾਲਤ ਕਿੱਦਾਂ ਦੀ ਹੈ? ਚਾਤਰਿਕ ਵਰਗੀ, ਦੀਨ ਸਤਿਗੁਰ ਸ਼ਰਨਾਈ, ਅਸੀਂ ਗੁਰੂ ਕੀ ਸ਼ਰਨ ਵਿੱਚ ਆ। ਹਰ ਹਰ ਨਾਮ ਬੂੰਦ ਮੁਖ ਪਾਈ। ਜਦੋਂ ਵੇਖਿਆ ਨਾ ਗੁਰੂ ਨੇ ਵੀ ਹੁਣ ਵਾਕਈ ਇਹਦਾ ਕੋਈ ਇਲਾਜ ਨਹੀਂ, ਵਾਕਈ ਇਹ ਤੜਫਣਾ ਵਿੱਚ ਹੈ, ਕਹਿੰਦੇ ਗੁਰੂ ਨੇ ਉਸੇ ਵਕਤ ਕੀ ਕੀਤਾ? ਹਰ ਹਰ ਨਾਮ ਬੂੰਦ ਮੁਖ ਪਾਈ। ਉਸੇ ਵਕਤ ਗੁਰੂ ਨੇ ਮੁਖ ਚ ਬੂੰਦ ਪਾਤੀ। ਹਰ ਜਲ ਨਿਧ, ਕਹਿੰਦੇ ਹਰੀ ਪਰਮਾਤਮਾ ਹੈ ਪਾਣੀ ਦਾ ਖਜ਼ਾਨਾ, ਮਤਲਬ ਸਮੁੰਦਰ। ਹਮ ਜਲ ਕੇ ਮੀਨੇ, ਅਸੀਂ ਜਲ ਵਿੱਚ ਰਹਿਣ ਵਾਲੀਆਂ ਮੱਛੀਆਂ। ਜਨ ਨਾਨਕ ਜਲ ਬਿਨ ਮਰੀ ਹੈ ਜੀ। ਮੱਛੀ ਨੂੰ ਸਪੀਕਰ ਲਾ ਕੇ ਦੱਸਣਾ ਨਹੀਂ ਪਿਆ ਵੀ ਮੈਂ ਪਾਣੀ ਤੋਂ ਬਿਨਾ ਮਰ ਜਾਣਾ। ਕਿਤੇ ਵੇਖਿਆ ਵੀ ਮੱਛੀ ਨੇ ਰੈਲੀ ਕੱਢੀ ਹੋਵੇ ਵੀ ਮੈਂ ਪਾਣੀ ਤੋਂ ਬਿਨਾ ਮਰ ਜਾਣਾ ਭਾਈ? ਨਹੀਂ, ਉਹਦੀ ਤੜਫਣਾ ਨੇ ਦੱਸਿਆ ਵੀ ਮੈਂ ਪਾਣੀ ਤੋਂ ਬਿਨਾ ਮਰ ਜਾਣਾ। ਨਿੱਕੇ ਬੱਚੇ ਨੂੰ ਜਦੋਂ ਸਕੂਲ 'ਚ ਪੜ੍ਹਾਇਆ ਜਾਂਦਾ ਤੇ ਸਭ ਤੋਂ ਪਹਿਲਾਂ ਇਹੀ ਸਿਖਾਇਆ ਜਾਂਦਾ ਹੈ ਵੀ ਪਾਣੀ ਤੋਂ ਮੱਛੀ ਨੂੰ ਬਾਹਰ ਕੱਢਾਂਗੇ ਤੇ ਉਹਨੇ ਮਰ ਜਾਣਾ। ਕਿਸੇ ਹੋਰ ਜੀਵ ਦਾ ਜ਼ਿਕਰ ਆਇਆ? ਸਮੁੰਦਰ ਚੋਂ ਬਾਹਰ ਕੱਢਿਆ ਮਰਨ ਤੇ। 42 ਲੱਖ ਜੀ ਜਲ ਮੈਂ ਹੋਤੇ, ਜੇ 42 ਲੱਖ ਜੀਵ ਪਾਣੀ ਵਿੱਚ ਨੇ ਤੇ ਸਿਰਫ ਮੱਛੀ ਕਿਉਂ ਤੜਫ ਕੇ ਮਰਦੀ ਹੈ, ਬਾਕੀ ਕਿਉਂ ਨਹੀਂ ਮਰੇ? ਡੱਡੂ ਦਿਹਾੜੀ 'ਚ ਪਤਾ ਹੀ ਨਹੀਂ ਕਿੰਨੀ ਵਾਰੀ ਪਾਣੀ 'ਚ ਵੜਦਾ ਤੇ ਕਿੰਨੀ ਵਾਰੀ ਬਾਹਰ ਆਉਂਦਾ। ਕੱਛੂ ਦਿਹਾੜੀ 'ਚ ਕਿੰਨੀ ਵਾਰੀ ਸਮੁੰਦਰ ਵਿੱਚ ਜਾਂਦਾ, ਕਿੰਨੀ ਵਾਰੀ ਬਾਹਰ ਆਉਂਦਾ। ਪਰ ਮੱਛੀ ਇੱਕ ਐਸੀ ਹੈ ਵੀ ਆਪਣੀਆਂ ਸਰੀਰਕ ਕਿਰਿਆਵਾਂ ਤੱਕ ਪਾਣੀ ਵਿੱਚ ਕਰਦੀ, ਜੰਮਦੀ ਪਾਣੀ ਵਿੱਚ ਹੈ ਤੇ ਮਰਦੀ ਵੀ ਪਾਣੀ ਵਿੱਚ ਹੈ। ਉਦੋਂ ਬਿਨਾਂ ਨਹੀਂ, ਉਹਨੂੰ ਦੱਸਣਾ ਥੋੜੀ ਪਿਆ। ਜੇ ਅਸੀਂ ਹੁਣ ਗੁਰੂ ਸਾਹਿਬ ਕਹਿੰਦੇ ਜੇ ਸਾਡੀ ਅਵਸਥਾ ਉਸ ਮੀਨ ਵਰਗੀ ਬਣ ਜਾਏ ਤੇ ਗੁਰੂ ਤੋਂ ਪਰਮੇਸ਼ਵਰ ਤੋਂ ਵੱਖ ਹੁੰਦੇ ਆ, ਸਾਡੀ ਤੜਫਣਾ ਦੱਸੇਗੀ ਵੀ ਅਸੀਂ ਮਰ ਜਾਣਾ। ਬੋਲ ਕੇ ਜਾਂ ਵਿਖਾਵਾ ਕਰਕੇ ਲੋਕਾਂ ਨੂੰ ਦਰਸਾਉਣਾ ਨਹੀਂ ਪਏਗਾ। ਸਾਡੇ ਅੰਦਰਲੀ ਤੜਫਣਾ, ਅੰਦਰਲੀ ਵੇਦਨਾ, ਉਹ ਸਾਨੂੰ ਸਾਬਤ ਕਰੇਗੀ ਵੀ ਅੱਜ ਵਾਕਈ ਮੈਂ ਜ਼ਿੰਦਗੀ 'ਚ ਕੁਝ ਘਾਟਾ ਖਾਧਾ ਹੈ, ਅੱਜ ਵਾਕਈ ਮੈਂ ਦਿਨ ਵਿੱਚ ਕੁਝ ਘਾਟਾ ਖਾਧਾ ਹੈ, ਵਾਕਈ ਅੱਜ ਕੋਈ ਕਮੀ ਮਹਿਸੂਸ ਹੋਏਗੀ। ਜੇ ਚਾਤਰਿਕ ਤੇ ਮੀਨ ਬਣ ਜਾਾਂਗੇ ਤਾਂ। ਉਦੋਂ ਬਿਨਾ ਭਾਵੇਂ ਜਿਹੜੇ ਮਰਜ਼ੀ ਜੀਵ ਬਣੀ ਫਿਰੀਏ। ਡੱਡੂ ਨੇ ਕਦੇ ਨਹੀਂ ਕਿਹਾ ਸਮੁੰਦਰ ਨਹੀਂ ਮਿਲਿਆ, ਕੱਛੂ ਨੇ ਕਦੇ ਨਹੀਂ ਕਿਹਾ ਅੱਜ ਪਾਣੀ ਨਹੀਂ ਮਿਲਿਆ, ਜਾਂ ਕਿਸੇ ਹੋਰ ਜੀਵ ਨੇ ਕਦੇ ਨਹੀਂ ਕਿਹਾ ਵੀ ਅੱਜ ਪਾਣੀ 'ਚ ਗੋਤਾ ਨਹੀਂ ਮਾਰਿਆ। ਸਿਰਫ ਇੱਕ ਮੱਛੀ ਹੈ ਜਿਹੜੀ ਕਹਿੰਦੀ ਵੀ ਅੱਜ ਪਾਣੀ ਤੋਂ ਬਿਨਾ ਮੇਰੀ ਮੌਤ ਹੈ। ਚਾਤਰਿਕ ਹੈ ਜਿਹੜਾ ਕਹਿੰਦਾ ਸਵਾਂਤੀ ਬੂੰਦ ਤੋਂ ਬਿਨਾ ਮਰ ਜਾਗਾ।
ਇਸੇ ਤਰ੍ਹਾਂ ਜਦੋਂ ਇਹ ਅਵਸਥਾ ਬਣ ਜਾਂਦੀ, ਸਤਿਗੁਰੂ ਕਹਿੰਦੇ ਫਿਰ ਉਦੋਂ ਸਾਡੇ ਅੰਦਰਲੀ ਵੇਦਨ ਤੇ ਅੰਦਰਲੀ ਤੜਫਣਾ ਗੁਰੂ ਵੇਖਦਾ ਹੋਇਆ ਸਾਨੂੰ ਆਪਣੇ ਨਾਮ ਦੀਆਂ ਸਵੰਤੀ ਬੂੰਦਾਂ ਦੇ ਦਿੰਦਾ, ਤਾਂ ਜੋ ਹਿਰਦੇ ਨੂੰ ਸਕੂਨ ਮਿਲੇ ਤੇ ਅੰਦਰਲੀ ਵੇਦਨ ਅੰਦਰਲੀ ਤੜਫਣਾ ਤੋਂ ਰਾਹਤ ਮਿਲੇ। ਮਾਲਕ ਪਾਤਸ਼ਾਹ ਕਿਤੇ ਕਿਰਪਾ ਕਰਨ, ਸਾਡੇ ਸਭਨਾਂ ਦੇ ਸਿਰਾਂ ਉੱਤੇ ਸਤਿਗੁਰੂ ਜੀ ਆਪ ਆਪਣਾ ਬਖਸ਼ਿਸ਼ ਭਰਿਆ ਰਹਿਮਤ ਭਰਿਆ ਹੱਥ ਰੱਖਣ। ਕਿਤੇ ਵਾਕਈ ਮਾਲਕ ਪਾਤਸ਼ਾਹ ਜੀ ਦੀ ਰਹਿਮਤ ਸਦਕਾ ਇਹ ਅਵਸਥਾ ਬਣ ਜਾਏ। ਆਖਾਂ ਜੀਵਾ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚੱਲੀਐ ਦੁਖ। ਸੱਚਮੁੱਚ ਕਿਤੇ ਉਸ ਪ੍ਰਭੂ ਜੀ ਦੇ ਚਿੰਤਨ ਦੀ, ਉਹਦੀ ਯਾਦ ਦੀ ਅੰਦਰ ਵੇਦਨ ਉੱਠੇ ਤੇ ਸਾਡੀ ਅਰਜ਼ੋਈ ਉਸ ਪਰਮੇਸ਼ਵਰ ਅੱਗੇ ਹੋਵੇ, ਤਾਂ ਜੋ ਉਹ ਆਪਣੇ ਨਾਮ ਦੀਆਂ ਸਵੰਤੀ ਬੂੰਦਾਂ ਸਾਡੇ ਮੁਖ ਵਿੱਚ ਪਾਏ ਤੇ ਅਸੀਂ ਮਾਲਕ ਅੱਗੇ ਅਰਜ਼ੋਈ ਕਰੀਏ। ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ, ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ। ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ, ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ। ਤਰਸ ਪਿਆ ਮਿਹਰਾਮਤ ਹੋਈ, ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ। ਤਨ ਮਨ ਥੀਵੈ ਹਰਿਆ, ਤਨ ਮਨ ਥੀਵੈ ਹਰਿਆ, ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ, ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਸਾਡੇ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ ਉੱਤੇ ਪ੍ਰਵਾਨ ਕਰ ਲੈਣ। ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰੂ ਜੀ ਕੇ ਪਾਵਨ ਬਚਨ ਹਿਰਦੇ ਵਿੱਚ ਵਸਾ ਲਈਏ। ਹਮ ਚਾਤ੍ਰਿਕ ਦੀਨ ਸਤਿਗੁਰ ਸਰਣਾਈ, ਹਰ ਹਰ ਨਾਮ ਬੂੰਦ ਮੁਖ ਪਾਈ। ਹਰ ਜਲ ਨਿਧ ਹਮ ਜਲ ਕੇ ਮੀਨੇ, ਜਨ ਨਾਨਕ ਜਲ ਬਿਨ ਮਰੀਐ ਜਿਉ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।